ਸਿੰਘ ਜੀ ਦੀ ਮਿੱਠੀ ਯਾਦ ਵਿੱਚ ਪ੍ਰਾਰੰਭ ਤੁਰਕੀ ਬਣਦੇ 3 ਸ੍ਰੀ ਅਖੰਡ ਪਾਠ ਦਾ ਭੋਗ ਕੱਲ੍ਹ ਨੂੰ 9 ਵਜੇ ਪਵੇਗਾ। ਇੱਕ ਸੰਤ ਬਾਬਾ ਇਕਬਾਲ ਸਿੰਘ ਜੀ ਬੜੂਸਾ ਵਾਲਿਆਂ ਦੀ ਯਾਦ ਅੰਦਰ 3:30 ਵਜੇ ਸ਼ਾਮ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪੈਣਗੇ। ਕੱਲ੍ਹ ਨੂੰ ਸਾਰਾ ਦਿਨ ਸਮੁੱਚੇ ਸੰਸਾਰ ਦੀ ਸੁੱਖ ਸ਼ਾਂਤੀ, ਪਰਿਵਾਰਾਂ ਦੀ ਸੁੱਖ ਸ਼ਾਂਤੀ, ਸਰਬੱਤ ਦੇ ਭਲੇ ਵਾਸਤੇ ਅਤੇ ਸੰਤ ਬਾਬਾ ਇਕਬਾਲ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਦੀਵਾਨ ਸਜਣਗੇ। ਜਿੱਥੇ ਆਪ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਕਿਰਪਾ ਕਰੋ ਇੱਕ ਇੱਕ ਦੋ ਪੁਰਾਣੀ ਜਿਹਨਾਂ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਗੁਰੂ ਮਹਾਰਾਜ ਦੀਆਂ ਵੱਧ ਤੋਂ ਵੱਧ ਖੁਸ਼ੀਆਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨਨ ਕੇ ਨਾਸ਼ਕ, ਵਿਘਨਨ ਕੇ ਨਾਸ਼ਕ, ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਦੀਪ ਸਿੰਘ ਚਕੋਹੀਐ, ਦਾਣੇ ਚੱਬੇ ਨਾ ਜਾਏ, ਜਿਮ ਤਿਸ ਕੋ ਦਾੜੇ ਦਈ, ਸੋ ਮੈਂ ਦੇਹੋ ਬਤਾਏ, ਦੀਪ ਸਿੰਘ ਚਕੋਹੀਐ, ਦਾਣੇ ਚੱਬੇ ਨਾ ਜਾਏ, ਜਿਸ ਜਿਮ ਤਿਸ ਕੋ ਦਾੜੇ ਦਈ, ਸੋ ਮੈਂ ਦੇਹੋ ਬਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਾਤਸ਼ਾਹ ਦੀ ਨਿੱਘੀ ਗੋਦ ਦਾ ਆਨੰਦ ਮਾਣਨ ਵਾਸਤੇ ਇਹ ਸਮਾਂ ਪ੍ਰਾਪਤ ਹੋਇਆ। ਸਮੇਂ ਨੂੰ ਸਫਲਾ ਕਰੀਏ। ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ
ਸਤਿਗੁਰਾਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਪ ਸਿੰਘ ਚੋ ਕੋਈ ਐ, ਦਾਣੇ ਚਬੇ ਨਾ ਜਾਏ। ਖਾਲਸਾ ਜੀ ਬੀਤੇ ਦਿਨੀ ਸਰਵਣ ਕੀਤਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ ਤਰ੍ਹਾਂ ਭਾਈ ਆਲੀ ਸਿੰਘ ਨੂੰ ਉਹਦੇ ਪੁੱਤਰਾਂ ਦੀ ਮੌਤ ਬਾਰੇ 22 ਦਿਨ ਪਹਿਲਾਂ ਦੱਸ ਦਿੱਤਾ, ਤੇ ਬਾਅਦ ਵਿੱਚ ਵੀ ਜਦੋਂ ਡੋਲੇ ਨਹੀਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੀ ਕਿਰਪਾ ਦੇ ਨਾਲ 2 ਪੁੱਤਰਾਂ ਦਾ ਵਰ ਦਿੱਤਾ। ਮਾਹੀ ਸਿੰਘ ਤੇ ਬੱਲੋ ਸਿੰਘ ਉਹਦੇ ਘਰ 2 ਪੁੱਤਰ ਹੋਰ ਜਨਮ ਲੈਂਦੇ ਨੇ। ਅੱਜ ਦੇ ਦਿਨ ਭਾਈ ਰਤਨ ਸਿੰਘ ਭੰਗੂ ਭਾਈ ਦੀਪ ਸਿੰਘ ਬਾਰੇ ਦੱਸਦੇ ਨੇ, ਜਿਹੜੇ ਚਕੋਹੇ ਪਿੰਡ ਦੇ ਰਹਿਣ ਵਾਲੇ ਸਨ। ਕਹਿੰਦੇ ਬਜ਼ੁਰਗ ਹੋ ਗਏ ਸੀ ਤੇ ਇਹਨਾਂ ਕੋਲੋਂ ਦਾਣੇ ਨਹੀਂ ਸੀ ਚੱਬੇ ਜਾਂਦੇ, ਭਾਵ ਛੋਲੇ ਨਹੀਂ ਸੀ ਚੱਬੇ ਜਾਂਦੇ, ਕਿਉਂਕਿ ਜਦੋਂ ਬਜ਼ੁਰਗ ਹੋ ਗਏ ਤੇ ਦੰਦ ਨਹੀਂ ਸਨ ਰਹਿ ਗਏ, ਤੇ ਦੰਦਾਂ ਤੋਂ ਬਿਨਾ ਚਣੇ ਚਬਾਉਣੇ, ਦਾਣੇ ਚਬਾਉਣੇ ਬਹੁਤ ਔਖੀ ਬਾਤ ਹੁੰਦੀ ਹੈ। ਕਹਿੰਦੇ ਭਾਈ ਦੀਪ ਸਿੰਘ ਚਕੋਈਆ ਹੈ, ਇਹਦੇ ਕੋਲੋਂ ਦਾਣੇ ਨਹੀਂ ਚੱਬੇ ਜਾਂਦੇ ਕਿਉਂਕਿ ਇਹਦੇ ਕੋਲ ਦੰਦ ਨਹੀਂ। ਜਿਮ ਤਿਸ ਕੋ ਦਾੜੇ ਦਈ, ਸੋ ਮੈਂ ਦੇਹੋਂ ਬਤਾਏ। ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਦਿਨ ਮੌਜ ਦੇ ਵਿੱਚ ਇਹਨਾਂ ਦੇ ਨਾਲ ਕੋਈ ਕੋਤਕ ਜਾ ਕੀਤਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਦਾੜਾਂ ਦਿੱਤੀਆਂ, ਦੰਦ ਦਿੱਤੇ, ਉਹ ਭਾਈ ਰਤਨ ਸਿੰਘ ਭੰਗੂ ਅੱਜ ਦੱਸਣਾ ਕਰਨਗੇ। ਇੱਕ ਦਿਨ ਛੋਲੇ ਲਿਆਇਓ ਕੋਈ ਬੰਦਾ ਦੀਵਾਨ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਸਿੰਘਾਂ ਵਿੱਚ ਬੈਠੇ ਸੀ, ਕੋਈ ਸਿੱਖ ਉਹ ਛੋਲਿਆਂ ਦੀ ਬੋਰੀ ਲੈ ਕਰਕੇ ਆ ਗਿਆ ਸਿੰਘਾਂ ਵਾਸਤੇ ਕਿ ਸਿੰਘ ਛੋਲੇ ਛਕਣਗੇ। ਛੋਲਿਆਂ ਨੂੰ ਗੁਰੂ ਕਾ ਖਾਲਸਾ ਬਦਾਮ ਵੀ ਕਹਿੰਦਾ। ਖਾਲਸਾ ਜੀ ਛੋਲੇ ਲੈ ਕਰਕੇ, ਚਨੇ ਲੈ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਰੱਖ ਦਿੱਤੇ। ਔਰ ਸਭੇ ਚਾਬਤ ਭਏ, ਇੱਕ ਚੱਬੇ ਨਾ ਸਿੰਘ ਜਵਾਨ। ਕਹਿੰਦੇ ਸਾਰੇ ਦਾਣੇ ਚੱਬਦੇ, ਛੋਲੇ ਛਕਦੇ ਆ, ਪਰ ਉਹਨਾਂ ਸਾਰੇ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਹੈ ਜਿਹੜਾ ਕਿ ਚਣੇ ਨਹੀਂ ਚਬਾ ਰਿਹਾ। ਚੌਪਈ ਔਰ ਸਬਨ ਨੇ ਮੁਖੋਂ ਅਲਾਇਆ। ਹੁਣ ਜਦੋਂ ਸਾਰੇ ਚਣੇ ਚਬਾ ਰਹੇ ਸੀ, ਛੋਲੇ ਛਕ ਰਹੇ ਸੀ, ਕਹਿੰਦੇ ਉਹ ਸਭ ਤੋਂ ਪਰੇ ਹੋ ਕਰਕੇ ਇਕੱਲਾ ਹੀ ਬੈਠਾ, ਤੇ ਸਾਰੇ ਸਿੰਘ ਉਹਦੇ ਵੱਲ ਵੇਖ ਕੇ ਫਿਰ ਕਹਿਣ ਲੱਗੇ, ਦੀਪ ਸਿੰਘ ਨੇ ਦਾਣਾ ਨਾ ਖਾਇਆ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਆ ਜਿਹੜਾ ਚਕੋਹੇ ਪਿੰਡ ਦਾ ਦੀਪ ਸਿੰਘ ਹੈ ਨਾ, ਇਹਨੇ ਨਹੀਂ ਹਜੇ ਤੱਕ ਕੋਈ ਦਾਣਾ ਚਬਾਇਆ। ਦੇਖ ਬੰਦੇ ਨੇ ਉਸ ਕੋ ਕਹਿਓ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖਿਆ ਉਹਦੇ ਵੱਲ ਵੀ ਸਾਰੇ ਦਾਣੇ ਚਬਾ ਰਹੇ ਆ, ਇਹ ਦਾਣਾ ਕਾਤੋਂ ਨਹੀਂ ਚਬਾਉਂਦਾ। ਤੇ ਖਾਲਸਾ ਜੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਭਾਈ ਦੀਪ ਸਿੰਘ ਨੂੰ ਕਹਿਣ ਲੱਗੇ, ਕਿਮ ਤੂੰ ਛੋਲੇ ਚਬਣੋ ਰਹਿਓ। ਕਹਿਣ ਲੱਗੇ ਵੀ ਸਾਰੇ ਸਿੰਘ ਦਾਣੇ ਚਬਾ ਰਹੇ ਨੇ, ਛੋਲੇ ਖਾ ਰਹੇ ਨੇ, ਤੂੰ ਕਿਉਂ ਨਹੀਂ ਖਾਂਦਾ। ਉਸੇ ਕਿਉ ਹਮ ਦਾੜ ਦੰਤ ਨਹੀਂ। ਤੇ ਉਹ ਅੱਗੋਂ ਕਹਿਣ ਲੱਗਾ ਵੀ ਬੰਦਾ ਸਿੰਘ ਬਹਾਦਰ ਮੇਰੇ ਕੋਲ ਦੰਦ ਨਹੀਂ ਚਬਾਉਣ ਵਾਸਤੇ, ਮੇਰੇ ਕੋਲ ਦਾੜਾ ਨਹੀਂ, ਦੰਦ ਨਹੀਂ, ਮੈਂ ਇਸ ਕਰਕੇ ਨਹੀਂ ਖਾ ਰਿਹਾ। ਹਮ ਸੋ ਦਾਣਾ ਚੱਬਿਓ ਨਾ ਜਾਈ। ਹੁਣ ਬਿਨਾਂ ਦੰਦਾਂ ਤੋਂ ਦਾਣੇ ਛੋਲੇ ਕਿਵੇਂ ਮੈਂ ਚਬਾਵਾਂ, ਕਿਵੇਂ ਖਾ ਜਾਵਾਂ, ਮੈਨੂੰ ਦੱਸਣਾ ਕਰ। ਬੰਦੇ ਕਿਉ ਮੈਂ ਦਈ ਤੁਮ ਦਾੜ। ਤੇ ਬਾਬਾ ਬੰਦਾ ਸਿੰਘ ਬਹਾਦਰ ਹੱਸ ਕੇ ਕਹਿਣ ਲੱਗਾ, ਗੁਰੂ ਨਾਨਕ ਦਾ ਘਰ ਹੈ, ਇਹ ਤੇ ਹਰ ਇੱਕ ਚੀਜ਼ ਦੇ ਦਿੰਦਾ ਹੈ। ਗੁਰੂ ਨਾਨਕ ਦੇ ਘਰ ਵਾਸਤੇ ਦੰਦ ਕਿੰਨੀ ਕੇ ਵੱਡੀ ਗੱਲ ਹੈ, ਦਾੜਾ ਕਿੰਨੀ ਕੇ ਵੱਡੀ ਗੱਲ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਮੈਂ ਅਰਦਾਸ ਕਰਦਾ, ਮੈਂ ਤੈਨੂੰ ਦਾੜਾ ਗੁਰੂ ਤੋਂ ਲੈ ਕਰਕੇ ਦੇਣਾ, ਦੰਦ ਲੈ ਕਰਕੇ ਦੇਣਾ। ਉਨ ਮਾਰਿਓ ਫੱਕੋ ਚਬੋ ਕੜਕਾੜ। ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਸਤ ਕਰਤਾਰ ਕਹਿ ਕਰਕੇ, ਮੂਲ ਮੰਤਰ ਦਾ ਜਾਪ ਕਰਕੇ ਤੂੰ ਦਾਣੇ ਮੂੰਹ ਵਿੱਚ ਪਾ, ਤੈਨੂੰ ਗੁਰੂ ਨਾਨਕ ਨੇ ਤਾਕਤ ਦੇ ਦੇਣੀ ਹੈ। ਕਹਿੰਦੇ ਜਦੋਂ ਫੱਕਾ ਮਾਰਿਆ, ਖਾਲਸਾ ਜੀ ਉਹ ਜਿਹੜੇ ਦਾਣੇ ਚਬਾਏ ਨਹੀਂ ਸੀ ਜਾਂਦੇ, ਦਾਣੇ ਚਬਾਉਣ ਲੱਗ ਪਿਆ, ਦੰਦ ਆ ਗਏ। ਭਾਵੇਂ ਤੇ ਹੁਣ ਗੁਰੂ ਬਾਬੇ ਨੇ ਪੁੱਛ ਕੇ ਕਿਸੇ ਨੂੰ ਦਾਤ ਨਹੀਂ ਦੇਣੀ, ਬਾਬੇ ਦੀ ਮੌਜ ਹੈ, ਬਾਬੇ ਨੇ ਕਿਸ ਤਰ੍ਹਾਂ ਦੇ ਦੇਣੀ ਹੈ। ਮੇਰੇ ਆਪਣੇ ਜੀਵਨ ਦਾ ਨਿੱਜੀ ਅਨੁਭਵ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਮਾਤਾ ਜੀ ਦੇ ਅੱਖ ਦੀ ਜਿਹੜੀ ਕਿ ਰੋਸ਼ਨੀ ਚਲੀ ਗਈ, ਇੱਕ ਅੱਖ ਦੀ। ਡਾਕਟਰਾਂ ਦੇ ਕੋਲੋਂ ਜਾ ਕਰਕੇ ਟੈਸਟ ਕਰਾਏ ਤੇ ਡਾਕਟਰ ਕਹਿੰਦੇ
ਕਿ ਇਹਦਾ ਆਪਰੇਸ਼ਨ ਕਰਾਉਣਾ ਪਵੇਗਾ, ਕਿਉਂਕਿ ਸਮਝ ਕੁਝ ਨਹੀਂ ਲੱਗ ਰਹੀ, ਆਪਰੇਸ਼ਨ ਕਰਾਵਾਂਗੇ ਤਾਂ ਜਾ ਕੇ ਕੁਝ ਬਣ ਸਕਦਾ। ਉਹ ਮਾਤਾ ਜੀ ਨੂੰ ਆਪਰੇਸ਼ਨ ਤੋਂ ਡਰ ਬੜਾ ਲੱਗਦਾ ਸੀ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਭਰੋਸਾ ਬਹੁਤ ਸੀ। ਉਹਨਾਂ ਨੇ ਕਿਹਾ, ਮੈਂ ਸਭ ਤੋਂ ਵੱਡੇ ਡਾਕਟਰ ਬਣਾਉਣ ਵਾਲੇ ਗੁਰੂ ਰਾਮਦਾਸ ਪਾਤਸ਼ਾਹ ਕੋਲ ਜਾ ਕੇ ਅਰਦਾਸ ਕਰਾਂਗੀ ਤੇ ਪਾਤਸ਼ਾਹ ਨੇ ਰੋਸ਼ਨੀ ਦੇ ਦੇਣੀ ਅੱਖ ਦੀ। ਖਾਲਸਾ ਜੀ ਪਿਆਰ ਦੇ ਨਾਲ, ਕੋਈ ਦਾਰੂ ਨਹੀਂ ਪਾਈ, ਕੋਈ ਦਵਾਈ ਨਹੀਂ ਲਾਈ ਅੱਖ ਦੇ ਵਿੱਚ, ਕੇਵਲ ਤੇ ਕੇਵਲ ਹਰਿਮੰਦਰ ਸਾਹਿਬ ਜਿਹੜੀ ਜੋਤ ਪ੍ਰਕਾਸ਼ਮਾਨ ਹੁੰਦੀ ਹੈ ਨਾ, ਉਸ ਜੋਤ ਦਾ ਦੇਸੀ ਘਿਓ ਲੈ ਕਰਕੇ ਰੋਜ਼ਾਨਾ ਅੱਖ ਦੇ ਵਿੱਚ ਉਹ ਦੇਸੀ ਘਿਓ ਲਾਉਣਾ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਿਨਾਂ ਕਿਸੇ ਆਪਰੇਸ਼ਨ ਤੋਂ ਗੁਰੂ ਰਾਮਦਾਸ ਨੇ ਆਪਣੇ ਘਰੋਂ ਅੱਖ ਦੀ ਰੋਸ਼ਨੀ ਦੇ ਦਿੱਤੀ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ। ਜਿਹੜਾ ਸਾਡਾ ਪ੍ਰਭੂ ਹੈ ਗੁਰੂ ਰਾਮਦਾਸ ਹੈ, ਸਾਰੀਆਂ ਸੁੱਖਾਂ ਦੀਆਂ ਦਾਤਾਂ ਦਿੰਦਾ। ਸੋ ਇਦਾਂ ਦੇ ਕਿਤਨੇ ਹੀ ਸਰੀਰ ਮਿਲਦੇ ਨੇ ਖਾਲਸਾ ਜੀ, ਜਿਨ੍ਹਾਂ ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰੋਂ, ਗੁਰੂ ਨਾਨਕ ਸਾਹਿਬ ਦੇ ਘਰੋਂ ਦਾਤਾਂ ਮਿਲਦੀਆਂ, ਰਹਿਮਤਾਂ ਮਿਲਦੀਆਂ। ਸੋ ਜਿਹੜਾ ਭਾਵਨਾ ਦੇ ਨਾਲ ਆ ਕੇ ਗੁਰੂ ਤੋਂ ਕੁਝ ਵੀ ਮੰਗਦਾ, ਗੁਰੂ ਉਹਦੀ ਝੋਲੀ ਵਿੱਚ ਦਾਤ ਜ਼ਰੂਰ ਪਾਉਂਦਾ। ਇੱਕ ਹੋਰ ਬਜ਼ੁਰਗ ਮਾਈ, ਉਹਨਾਂ ਨੂੰ ਬਲੱਡ ਕੈਂਸਰ ਹੈ, ਹਜੇ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜੀਵਤ ਨੇ। ਜਦੋਂ ਬਲੱਡ ਕੈਂਸਰ ਹੋਇਆ, ਡਾਕਟਰਾਂ ਨੇ ਕਿਹਾ ਕੀਮੋ ਕਰਵਾ ਲਓ, ਪਰ ਉਹਨਾਂ ਨੇ ਕੀਮੋਥੈਰੇਪੀ ਨਹੀਂ ਕਰਵਾਈ। ਕਹਿੰਦੇ ਜਦੋਂ ਬਹੁਤੇ ਬਿਮਾਰ ਹੋ ਜਾਣਾ ਤੇ ਹਰਿਮੰਦਰ ਸਾਹਿਬ ਸਰਾਂ ਵਿੱਚ ਕਮਰਾ ਲੈ ਕਰਕੇ ਸੇਵਾ ਸ਼ੁਰੂ ਕਰ ਦੇਣੀ। ਤੇ ਖਾਲਸਾ ਜੀ ਅੱਜ 8 ਸਾਲ ਤੋਂ ਉੱਤੇ ਹੋ ਗਏ। ਕਹਿੰਦੇ ਡਾਕਟਰ ਕਹਿੰਦੇ ਸੀ ਵੀ ਆਹ ਬੀਬੀ ਜੇ ਕੀਮੋ ਨਾ ਕਰਾਈ ਤੇ 6 ਮਹੀਨੇ ਤੋਂ ਵੱਧ ਜੀਵਤ ਨਹੀਂ ਰਹੇਗੀ, ਪਰ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਦੀ ਬਰਕਤ ਦੇ ਨਾਲ ਅੱਜ ਵੀ ਗੁਰੂ ਰਾਮਦਾਸ ਨੇ ਜਿਉਂਦਿਆਂ ਰੱਖਿਆ। ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਦੇ ਵਿੱਚ ਸਰਬ ਕਲਾ ਸਮਰੱਥ ਸਤਿਗੁਰੂ ਹੈ। ਇਹ ਸਾਡੇ ਮੰਗਣ ਵਿੱਚ ਹੈ ਵੀ ਅਸੀਂ ਕਿੰਨੀ ਕੇ ਭਾਵਨਾ ਦੇ ਨਾਲ, ਪ੍ਰੇਮ ਨਾਲ ਮੰਗਦੇ ਹਾਂ ਤੇ ਗੁਰੂ ਨੇ ਤੇ ਦਾਤ ਝੋਲੀ ਵਿੱਚ ਪਾਉਣੀ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਬਾਣੀ ਬਾਣੇ ਦਾ ਪ੍ਰਤਾਪ ਹੈ, ਸਤਿਗੁਰੂ ਦੀ ਕਿਰਪਾ ਹੈ। ਮੌਜ ਦੇ ਘਰ ਵਿੱਚ ਆ ਕਰਕੇ ਕਿਹਾ, ਮੈਂ ਤੈਨੂੰ ਗੁਰੂ ਨਾਨਕ ਦੇ ਘਰੋਂ ਦਾੜਾਂ ਦੰਦ ਦਵਾਵਾਂਗਾ, ਤੂੰ ਦਾਣੇ ਚਬਾਉਣ ਲੱਗ ਜਾਵੇਂਗਾ। ਤੇ ਖਾਲਸਾ ਜੀ ਕਿਹਾ, ਮੂਲ ਮੰਤਰ ਦਾ ਜਾਪ ਕਰਕੇ ਦਾਣੇ ਮੂੰਹ ਵਿੱਚ ਫੱਕਾ ਮਾਰ। ਜਦੋਂ ਦਾਣੇ ਮੂੰਹ ਵਿੱਚ ਪਾਏ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਚਬਾਉਣ ਦੀ ਤਾਕਤ ਆ ਗਈ, ਦੰਦ ਆ ਗਏ। ਐਸੀ ਐਸੀ ਕਰਾਮਾਤ ਲਗਾਈ। ਸੋ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਕਰਾਮਾਤਾਂ, ਕੌਤਕ ਗੁਰੂ ਨਾਨਕ ਦੇ ਘਰ ਦੇ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਵਿਖਾਉਣੇ। ਦੁਨੀਆ ਬਹੁਤ ਉਸ ਗੈਲ ਲੱਗ ਆਈ। ਬਸ ਜਦੋਂ ਇਸ ਤਰ੍ਹਾਂ ਕੌਤਕ ਵਰਤਣ ਲੱਗ ਪਏ ਤੇ ਦੁਨੀਆ ਬਹੁਤ ਸਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਮਗਰ ਲੱਗ ਗਈ। ਐਸੀ ਐਸੀ ਅਨਕ ਸਿਧਾਈ। ਪਤਾ ਹੀ ਨਹੀਂ ਕਿੰਨੇ ਕੇ ਤਰ੍ਹਾਂ ਦੀਆਂ ਸਿੱਧੀਆਂ ਤਾਕਤਾਂ ਬੰਦਾ ਸਿੰਘ ਬਹਾਦਰ ਕੋਲ ਸਨ। ਕਿਤਕ ਕਹੋ ਥੀ ਜੋ ਸੁਨ ਪਾਈ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਜੋ ਮੈਂ ਆਪਣੇ ਦਾਦਕਿਆਂ ਤੋਂ, ਨਾਨਕਿਆਂ ਤੋਂ ਸੁਣਿਆ, ਆਪਣੇ ਬਜ਼ੁਰਗਾਂ ਤੋਂ ਸੁਣਿਆ, ਪੁਰਾਣੇ ਸਿੰਘਾਂ ਤੋਂ ਸੁਣਿਆ, ਉਹ ਤਾਕਤਾਂ ਬੰਦਾ ਸਿੰਘ ਬਹਾਦਰ ਦੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ। ਦੋਹਰਾ ਅਸਲਮ ਖਾਂ ਸੂਬੋਹੁਤ, ਸੋ ਲਾਹੌਰੋਂ ਬਾਹਰ ਨਾ ਜਾਏ। ਹੁਣ ਜਦੋਂ ਸਾਰਾ ਪੰਜਾਬ ਫਤਿਹ ਕਰ ਲਿਆ ਤੇ ਲਾਹੌਰ ਦਾ ਸੂਬੇਦਾਰ ਸੀ ਅਸਲਮ ਖਾਨ, ਆਪਣੇ ਆਪ ਦੇ ਵਿੱਚ ਬੜਾ ਵੱਡਾ ਜਰਨੈਲ ਸੀ, ਪਰ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਡਰ ਇੰਨਾ ਸੀ ਕਿ ਅਸਲਮ ਖਾਨ ਆਪਣੇ ਕਿਲੇ ਤੋਂ ਬਾਹਰ ਵੀ ਨਹੀਂ ਸੀ ਜਾਂਦਾ। ਨਿਸ ਦਿਨ ਸੋ ਸੋਚਤ ਰਹੇ, ਥਰ ਥਰ ਮਨ ਕੰਪਾਏ। ਕਹਿੰਦੇ ਨੇ ਦਿਨ ਰਾਤ ਇਹੀ ਸੋਚਦਾ ਰਹਿੰਦਾ ਸੀ ਕਿ ਬਸ ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਡਰ ਤੋਂ ਕਹਿੰਦੇ ਸਾਰਾ ਦਿਨ ਕੰਬਦਾ ਹੀ ਰਹਿੰਦਾ ਸੀ, ਕੁਝ ਖਾਂਦਾ ਵੀ ਨਹੀਂ ਸੀ। ਚੌਪਈ ਲੋਕ ਕਹੇ ਜਾਵੇ ਅਵਤਾਰ। ਤੇ ਜਦੋਂ ਲੋਕਾਂ ਦੀਆਂ ਗੱਲਾਂ ਸੁਣਦਾ ਸੀ ਕਿ ਲੋਕ ਕਹਿੰਦੇ ਵੀ ਇਹ ਤਾਂ ਨਿਹਕਲੰਕ ਅਵਤਾਰ ਆ ਗਿਆ, ਉਦੋਂ ਹੋਰ ਡਰ ਜਾਂਦਾ ਸੀ। ਜਿਨ ਦੇਣੇ ਸਭ ਮੁਸਲੇ ਮਾਰ। ਲੋਕਾਂ ਨੇ ਪ੍ਰਚਲਿਤ ਕਰ ਦਿੱਤਾ ਵੀ ਇਹ ਨਿਹਕਲੰਕ ਅਵਤਾਰ ਹੈ,
ਇਹਨੇ ਸਾਰੀ ਮੁਗਲ ਹਕੂਮਤ ਦਾ ਰਾਜ ਮਲਿਆ ਮੇਟ ਕਰ ਦੇਣਾ ਹੈ। ये सुन सोच सब तुर्कन पई। ਜਦੋਂ ਲੋਕਾਂ ਦੇ ਕੋਲੋਂ ਇਹ ਗੱਲਾਂ ਸੁਣੀਆਂ, ਸਾਰੀ ਹਕੂਮਤ ਸਰਕਾਰ ਜਿਹੜੀ ਮੁਗਲਾਂ ਦੀ ਸੀ ਉਹਨਾਂ ਨੂੰ ਚਿੰਤਾ ਪੈ ਗਈ। और चार गल यो चल गई। ਕਹਿੰਦੇ ਨੇ ਚਾਰੇ ਪਾਸੇ ਗੁਰੂ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੈ ਜੈਕਾਰ ਹੋਣ ਲੱਗ ਪਈ। दोहरा तुर्क सुने यह बात जब घर ही अंदर डरा है। ਕਹਿੰਦੇ ਜੇ ਕਿਤੇ ਭੁਲੇਖੇ ਨਾਲ ਕੋਈ ਕਹਿ ਵੀ ਦਿੰਦਾ ਨਾ ਕਿ ਅੱਜ ਸਾਨੂੰ ਪਤਾ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਇਸ ਇਲਾਕੇ ਵਿੱਚ ਆ ਰਿਹਾ, ਕਹਿੰਦੇ ਇੰਨਾ ਦਬਦਬਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਵੱਡੇ ਵੱਡੇ ਜਰਨੈਲ ਘਰ ਤੋਂ ਬਾਹਰ ਨਹੀਂ ਸੀ ਨਿਕਲਦੇ, ਘਰ ਦੇ ਕਮਰੇ ਵਿੱਚ ਬਹਿ ਕਰਕੇ ਵੀ ਬੰਦਾ ਸਿੰਘ ਬਹਾਦਰ ਨੂੰ ਯਾਦ ਕਰ ਕਰਕੇ ਡਰਦੇ ਹੀ ਰਹਿੰਦੇ ਸਨ। मत मारे हम आए घर बंदा बुरी बलाए। ਤੇ ਹੀ ਕਹਿੰਦੇ ਸਨ ਵੀ ਮਤਾਂ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਘਰ ਹੀ ਨਾ ਆ ਜਾਵੇ, ਕਿਤੇ ਘਰ ਆ ਕੇ ਸਾਨੂੰ ਮਾਰ ਹੀ ਨਾ ਦਵੇ, ਉਹ ਤੇ ਬੜੀ ਤਗੜੀ ਬਲਾ ਏ। ਇਸ ਤਰ੍ਹਾਂ ਦੇ ਸ਼ਬਦ ਵੀ ਵਰਤਦੇ ਸੀ ਮੁਗਲ ਹਕੂਮਤ ਦੇ ਜਰਨੈਲ। ਚੌਪਈ ਪਾਤਸ਼ਾਹ ਭੀ ਮਨ ਮੈਂ ਇਮ ਡਰੈ। ਤੇ ਸਾਰਿਆਂ ਨੂੰ ਪਤਾ ਵੀ ਭਾਵੇਂ ਦਿੱਲੀ ਦਾ ਬਾਦਸ਼ਾਹ ਹੈ, ਪਰ ਦਿੱਲੀ ਦਾ ਬਾਦਸ਼ਾਹ ਵੀ ਮਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਾ ਹੈ। ਵਜ਼ੀਰ ਯਹੀ ਮਨ ਸੋਚਾ ਕਰੈ। ਤੇ ਦਿੱਲੀ ਸਰਕਾਰ ਦੇ ਜਿਹੜੇ ਵਜ਼ੀਰ ਨੇ, ਜਿਹੜੇ ਮੰਤਰੀ ਨੇ, ਉਹ ਵੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਨੇ, ਡਰਦੇ ਨੇ ਕਿ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਨਾ ਆ ਜਾਵੇ। ਸੂਬੇਦਾਰੀ ਕੋਈ ਨਾ ਲੇ। ਤੇ ਕਹਿੰਦੇ ਜਿਹੜੇ ਸੂਬੇਦਾਰ ਸੀ ਨਾ, ਉਹ ਬੰਦਾ ਸਿੰਘ ਬਹਾਦਰ ਦੇ ਡਰ ਤੋਂ ਆਪਣੇ ਸੂਬੇਦਾਰੀਆਂ ਛੱਡ ਗਏ। ਦੇਖੋ ਖਾਲਸਾ ਜੀ ਕਿੰਨਾ ਪ੍ਰਤਾਪ ਹੈ ਖਾਲਸੇ ਪੰਥ ਦਾ। ਕਹਿੰਦੇ ਨੇ ਜਿਹੜੇ ਰਾਜੇ ਲੋਕ ਨੇ, ਮੰਤਰੀ ਲੋਕ ਨੇ, ਆਪਣੇ ਅਹੁਦੇ ਨਹੀਂ ਛੱਡਦੇ, ਕੁਰਸੀਆਂ ਨਹੀਂ ਛੱਡਦੀਆਂ, ਪਰ ਖਾਲਸੇ ਦੀ ਮਾਰ ਤੋਂ ਡਰਦਿਆਂ, ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਦਿਆਂ ਖਾਲਸਾ ਜੀ ਆਪਣੇ ਅਹੁਦੇ ਵੀ ਛੱਡ ਕੇ ਭੱਜਦੇ ਰਹੇ ਵੀ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਸਾਨੂੰ ਪਕੜ ਨਾ ਲਵੇ। ਬੰਦੇ ਵੱਲ ਪੱਗ ਅੱਗੇ ਨਾ ਦੇ। ਕਹਿੰਦੇ ਕਿਸੇ ਦੀ ਵੀ ਜੁਰਤ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲ ਇੱਕ ਵੀ ਪੈਰ ਚੁੱਕ ਕੇ ਜਾਵੇ, ਇੱਕ ਵੀ ਕਦਮ ਵਧਾਵੇ। ਝੰਡੇ ਪਾਣੀਪਤ ਖਾਲੀ ਕਰਵਾਏ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਾਣੀਪਤ ਤੱਕ ਖਾਲਸਾ ਜੀ ਨਿਸ਼ਾਨ ਸਾਹਿਬ ਉਹ ਚੁਲਵਾ ਦਿੱਤੇ ਸਨ। ਤੁਰਕ ਪਾਸ ਕੋਈ ਦੇਖਣ ਨਾ ਪਾਏ। ਤੇ ਕਹਿੰਦੇ ਭਾਵੇਂ ਕੱਲੇ ਨਿਸ਼ਾਨ ਸਾਹਿਬ ਹੀ ਸੀ, ਕੱਲੀ ਲਕੀਰ ਹੀ ਸੀ, ਪਰ ਫਿਰ ਵੀ ਤੁਰਕ ਜਿਹੜੇ ਮੁਗਲ ਹਕੂਮਤ ਦੀ ਫੌਜ ਸੀ ਉਹ ਨਿਸ਼ਾਨ ਸਾਹਿਬਾਂ ਦੇ ਨੇੜੇ ਵੀ ਨਹੀਂ ਸੀ ਆਉਂਦੀ। ਖਾਲਸੇ ਬੁੰਗਾ ਅੰਮ੍ਰਿਤਸਰ ਲਾਇਆ। ਤੇ ਗੁਰੂ ਕੇ ਖਾਲਸੇ ਨੇ ਆਪਣਾ ਅਸਥਾਨ ਅੰਮ੍ਰਿਤਸਰ ਸਾਹਿਬ ਅਕਾਲ ਬੁੰਗੇ ਤੇ ਜਾ ਕੇ ਡੇਰਾ ਕੀਤਾ, ਜਿਸ ਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਆ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਸ ਵਕਤ ਉਸਾਰੀ ਕੀਤੀ, ਮਹਾਰਾਜ ਨੇ ਅਕਾਲ ਬੁੰਗਾ ਕੀਤਾ। ਇਸ ਦਾ ਨਾਮ ਪੁਰਾਣੇ ਗ੍ਰੰਥਾਂ ਵਿੱਚ ਅੱਜ ਵੀ ਅਕਾਲ ਬੁੰਗਾ ਨਾਮ ਵੱਜਦਾ ਹੈ। ਖਾਲਸਾ ਜੀ ਉਸ ਵਕਤ ਫਿਰ ਗੁਰੂ ਕੇ ਖਾਲਸੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਕਾਲ ਬੁੰਗੇ ਅਕਾਲ ਤਖਤ ਸਾਹਿਬ ਜਾ ਕਰਕੇ ਡੇਰਾ ਕੀਤਾ। ਤਿੰਨ ਕੋ ਸਕੇ ਨਾ ਕੋ ਭਵਾਇਆ। ਤੇ ਕਿਸੇ ਦੇ ਵਿੱਚ ਵੀ ਜੁਰਤ ਨਹੀਂ ਵੀ ਖਾਲਸੇ ਨੂੰ ਜਾ ਕਰਕੇ ਹਿਲਾ ਦਵੇ। ਦੋਹਰਾ ਪੰਜਾਬ ਬੰਦੇ ਜਬ ਜਿੱਤ ਲਈ ਚੜਿਓ ਸੋ ਪਰਬਤ ਵੱਲ। ਕਹਿੰਦੇ ਪੰਜਾਬ ਜਿੱਤ ਲਿਆ, ਪਹਾੜਾਂ ਤੇ ਵੀ ਜਾ ਕਰਕੇ ਚੜ੍ਹਾਈ ਕਰ ਦਿੱਤੀ। ਡੇਰਾ ਕੀਰਤਪੁਰ ਕੀਓ ਆਨੰਦਪੁਰੇ ਕੁਛ ਤਲ। ਤੇ ਕਹਿੰਦੇ ਸਭ ਤੋਂ ਪਹਿਲਾਂ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਤਾ। ਤੇ ਕੀਰਤਪੁਰ ਸਾਹਿਬ ਤੋਂ ਬਾਅਦ ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਉਸ ਧਰਤੀ ਤੇ ਜਾ ਕਰਕੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਡੇਰਾ ਕੀਤਾ। ਚੌਪਈ ਹਮ ਅਬ ਹਮ ਜਿੱਤ ਸੋ ਲਈ ਪੰਜਾਬ। ਤੇ ਮਨ ਵਿੱਚ ਸੋਚਿਆ ਵੀ ਸਾਰਾ ਪੰਜਾਬ ਤੇ ਮੈਂ ਜਿੱਤ ਲਿਆ ਹੈ। ਅਬ ਚੜ ਪਰਬਤ ਕਰਿਓ ਖਰਾਬ। ਹੁਣ ਜਿਹੜੇ ਆ ਪਰਬਤੀਏ ਰਾਜੇ ਕਹਿਲੂਰ ਤੇ ਬਹਾਵਲਪੁਰ ਵਾਲਾ ਰਾਜਾ, ਜਿਹੜਾ ਕਹਿਲੂਰ ਦਾ ਰਾਜਾ ਸੀ, ਜਿਨੇ ਗੁਰੂ ਗੋਬਿੰਦ ਸਿੰਘ ਜੀ ਤੇ 10 ਲੱਖ ਦੀ ਫੌਜ ਚੜਵਾਈ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਸੋਚਿਆ ਵੀ ਹੁਣ ਕਹਿਲੂਰ ਵੱਲ ਜਾ ਕੇ ਧਾਵਾ ਬੋਲੀਏ। ਮਿੱਤਰਨ ਸੁਖਿਓ ਦੁਸ਼ਮਨ ਦੁੱਖ। ਜਿਹੜੇ ਖਾਲਸੇ ਦੇ ਮਿੱਤਰ ਨੇ ਉਹਨਾਂ ਨੂੰ ਸੁੱਖ ਦਵਾਂਗੇ, ਜਿਹੜੇ ਦੁਸ਼ਮਣ ਨੇ ਗੁਰੂ ਘਰ ਦੇ ਉਹਨਾਂ ਨੂੰ ਜਾ ਕੇ ਸਜ਼ਾ ਦਵਾਂਗੇ। ਦਿਓ ਪਛਾਣ ਤਿਸ ਰਾਜਿਓ ਭੁੱਖ। ਤੇ ਜਿਹੜਾ ਕੋਈ ਭੁੱਖਾ ਹੈ ਉਹਨੂੰ ਰਜਾ ਦਵਾਂਗੇ ਗੁਰੂ ਦਾ ਲੰਗਰ ਲਾ ਕਰਕੇ।
ਜਿਹੜਾ ਕੋਈ ਲੋੜਵੰਦ ਹੈ ਉਹਦੀ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਸੇਵਾ ਕਰਾਂਗੇ। ਜਿਨ ਜਿਨ ਸਤਿਗੁਰ ਕੋ ਦੁਖ ਦਿਓ, ਤੇ ਜਿਨਨੇ ਵੀ ਸਤਿਗੁਰਾਂ ਦੇ ਉੱਤੇ ਵਾਧੀ ਕੀਤੀ, ਸਤਿਗੁਰਾਂ ਦੇ ਨਾਲ ਵੈਰ ਕਮਾਇਆ ਹੈ, ਸੋਨ ਚਹੀਅਤ ਉਧਾਰ ਉਤਰਈਓ। ਤੇ ਉਹਨਾਂ ਦਾ ਜਿਹੜਾ ਉਧਾਰ ਹੈ ਨਾ ਖਾਲਸੇ ਦੇ ਉੱਤੇ, ਉਹ ਉਧਾਰ ਲਾਉਣ ਵਾਸਤੇ ਜਾਣਾ ਹੈ। ਭਾਵ ਜੇ ਉਹਨਾਂ ਨੇ ਸਤਿਗੁਰਾਂ ਨਾਲ ਵੈਰ ਕਮਾਇਆ ਤੇ ਹੁਣ ਉਹਨਾਂ ਨੂੰ ਕੀਤੇ ਪਾਪਾਂ ਦੀ ਸਜ਼ਾ ਦੇਣ ਜਾਣਾ ਹੈ। ਸਿਰ ਕਹਿਲੂਰਨ ਕਹਿ ਬੋ ਬਦੀ, ਜਿਹੜੇ ਆ ਕਹਿਲੂਰ ਵਾਲਾ ਰਾਜਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਪਹਿਲਾ ਨਿਸ਼ਾਨਾ ਇਹਦੇ ਵੱਲ ਗਿਆ। ਸਭੋ ਲੜਾਈ ਇਨ ਤੇ ਵਧੀ, ਕਿਉਂਕਿ ਆ ਜਿਹੜਾ ਕਹਿਲੂਰ ਦਾ ਭੀਮ ਚੰਦ ਰਾਜਾ ਸੀ, ਇਹਦੇ ਕਰਕੇ ਲੜਾਈ ਵਧੀ ਸੀ, ਇਹਦੇ ਕਰਕੇ ਆਨੰਦਪੁਰ ਸਾਹਿਬ ਦਾ ਜੰਗ ਹੋਇਆ। ਇਸੇ ਕਰਕੇ ਚਮਕੌਰ ਸਾਹਿਬ 2 ਲਖਤੇ ਜਿਗਰ 2 ਸਾਹਿਬਜ਼ਾਦੇ ਸ਼ਹੀਦ ਹੋਏ। ਜੈ ਦਿੱਲੀ ਕਰੀ ਪੁਕਾਰ, ਕਿਉਂਕਿ ਇਸੇ ਰਾਜੇ ਨੇ ਜਾ ਕਰਕੇ ਦਿੱਲੀ ਦਰਬਾਰ ਦੇ ਵਿੱਚ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਪੁਕਾਰ ਕੀਤੀ ਸੀ। ਬਾਦਸ਼ਾਹ ਪੁਕਾਇਓ ਇਨ ਕਈ ਵਾਰ, ਇਹਨੇ ਜਾ ਕਰਕੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਬਹੁਤ ਨਿੰਦਿਆ ਚੁਗਲੀ ਕੀਤੀ ਸਤਿਗੁਰਾਂ ਬਾਰੇ। ਲਿਖਾਇਓ ਦਿੱਲੀ ਲਾਹੌਰ ਸਰਹੰਦ ਪਰਵਾਨੇ, ਇੰਨੇ ਹੀ ਦਿੱਲੀ ਤੋਂ ਲਾਹੌਰ ਤੋਂ ਸਰਹੰਦ ਤੋਂ ਪਰਵਾਨੇ ਲਿਖਾ ਕਰਕੇ ਘਰ ਘਰ ਪਹੁੰਚਾਏ। ਉਹਨਾਂ ਫੌਜਦਾਰਾਂ ਨੂੰ ਪਹੁੰਚਾਏ, ਉਹਨਾਂ ਜਰਨੈਲਾਂ ਨੂੰ ਪਹੁੰਚਾਏ ਪਰਵਾਨੇ ਆਦੇਸ਼ ਕਿ ਚਲੋ ਦਿੱਲੀ ਸਰਕਾਰ ਦਾ ਹੁਕਮ ਆ ਗਿਆ ਤੇ ਮੇਰੇ ਨਾਲ ਚੱਲ ਕੇ ਹੁਣ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾਓ। ਲਿਆਇਓ ਚੜਾਏ ਸਭ ਸੂਬੇ ਮੁਸਲਮਾਨੇ, ਕਹਿੰਦੇ ਇੰਨੇ ਹੀ ਹੁਕਮਨਾਮੇ ਆਦੇਸ਼ ਲਿਖਵਾ ਕਰਕੇ ਫੌਜਦਾਰਾਂ ਨੂੰ ਹੁਕਮ ਕਰਕੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਰੇ ਫੌਜਦਾਰ ਲੈ ਕੇ ਚੜ੍ਹਾਈ ਕੀਤੀ ਸੀ। 10 ਲੱਖ ਫੌਜ ਰਹਿ ਦਰੇ ਕੰਧਾਰ, ਤੇ ਕਾਬਲ ਕੰਧਾਰ ਦੇ ਵਿੱਚ ਔਰੰਗਜ਼ੇਬ ਦੀ ਇੱਕ 10 ਲੱਖ ਫੌਜ ਦੀ ਟੁਕੜੀ ਰਹਿੰਦੀ ਸੀ। ਉਸ 10 ਲੱਖ ਫੌਜ ਦੀ ਟੁਕੜੀ ਨੂੰ ਉਦੋਂ ਵਰਤਿਆ ਜਾਂਦਾ ਸੀ ਜਦੋਂ ਕਿਤੇ ਬਹੁਤ ਜ਼ਿਆਦਾ ਭੀੜ ਪੈ ਜਾਂਦੀ ਸੀ, ਬਹੁਤ ਜ਼ਿਆਦਾ ਐਮਰਜੈਂਸੀ ਲੱਗ ਜਾਂਦੀ ਸੀ। ਦਿੱਲੀ ਸਰਕਾਰ ਨੇ ਉਸ ਵਕਤ ਫਿਰ ਉਸ ਕਾਬਲ ਕੰਧਾਰ ਦੀ 10 ਲੱਖ ਦੀ ਫੌਜ ਦੀ ਟੁਕੜੀ ਨੂੰ ਵੀ ਬੁਲਾਇਆ। ਲਿਖਾਏ ਲਿਆਇਓ ਇਹ ਮਦਦਕਾਰ, ਕਿਉਂਕਿ ਕਹਿਲੂਰ ਦੇ ਪਹਾੜੀ ਰਾਜੇ ਨੇ ਔਰੰਗਜ਼ੇਬ ਤੋਂ ਇਹ ਲਿਖਵਾ ਲਿਆ ਸੀ ਕਿ ਕਾਬਲ ਕੰਧਾਰ ਦੀ 10 ਲੱਖ ਦੀ ਫੌਜ ਮੇਰੀ ਮਦਦ ਵਾਸਤੇ ਗੁਰੂ ਗੋਬਿੰਦ ਸਿੰਘ ਨੂੰ ਘੇਰਾ ਪਾਵੇ। ਸਾਹਿਬਜ਼ਾਦੇ ਇਨੇ ਮਰਵਾਏ, ਇਸ ਨੇ ਹੀ ਭਾਈ ਉਦੇ ਸਿੰਘ ਦਾ ਸਿਰ ਵੱਢ ਕੇ ਦਿੱਲੀ ਦਰਬਾਰ ਦੇ ਵਿੱਚ ਪੇਸ਼ ਕਰਕੇ ਕਿਹਾ ਸੀ ਕਿ ਮੈਂ ਇਸ ਤਰ੍ਹਾਂ ਪਕੜ ਕੇ ਲਿਆਵਾਂਗਾ ਗੁਰੂ ਨੂੰ। ਤੇ ਇਸੇ ਨਹੀਂ ਵੱਡੇ ਸਾਹਿਬਜ਼ਾਦਿਆਂ ਨੂੰ ਖਾਲਸਾ ਜੀ ਸ਼ਹੀਦ ਕਰਵਾਇਆ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਪਹਿਲਾ ਨਿਸ਼ਾਨਾ ਇਸ ਕਹਿਲੂਰੀਏ ਪਹਾੜੀ ਰਾਜੇ ਵੱਲ ਗਿਆ। ਇਨ ਦੀਨੇ ਦੁੱਖ ਸਭ ਗੁਰ ਪਾਏ, ਇਸ ਨੇ ਸਭ ਤੋਂ ਵੱਧ ਗੁਰਾਂ ਨਾਲ ਵੈਰ ਕਮਾਇਆ। ਪਹਿਲੋ ਕਤਰ ਕਰ ਕਹਿਲੂਰ, ਇਸ ਕਰਕੇ ਖਾਲਸੇ ਨੇ ਗੁਰਮਤਾ ਕੀਤਾ ਵੀ ਸਭ ਤੋਂ ਪਹਿਲਾਂ ਕਹਿਲੂਰ ਨੂੰ ਜਾ ਕੇ ਫਤਿਹ ਕਰੀਏ ਤੇ ਕਹਿਲੂਰ ਦੇ ਰਾਜੇ ਭੀਮ ਚੰਦ ਦਾ ਕਤਲ ਕਰੀਏ। ਬਿਲਾਸਪੁਰੋਂ ਫਿਰ ਲੁੱਟੋ ਜ਼ਰੂਰ, ਤੇ ਫਿਰ ਕਹਿਲੂਰ ਜਿੱਤਣ ਤੋਂ ਬਾਅਦ ਜੋ ਬਿਲਾਸਪੁਰ ਹੈ ਉਸ ਬਿਲਾਸਪੁਰ ਨੂੰ ਜਾ ਕਰਕੇ ਵੀ ਜ਼ਰੂਰ ਲੁੱਟਾਂਗੇ। ਸਪਤ ਧਾਰ ਮਦ ਧੂਰ ਮਿਲਾਇਓ, ਤੇ ਜਿਹੜੀਆਂ 7 ਧਾਰੀਆਂ ਨੇ, ਕਿਉਂਕਿ 22 ਧਾਰ ਦੇ ਰਾਜੇ ਸੀ, 7 ਧਾਰੀਆਂ ਰਹਿ ਗਈਆਂ। ਕਹਿੰਦੇ ਹੁਣ ਜਿਹੜੇ 7 ਧਾਰੀਆਂ ਨੇ ਇਹਨਾਂ ਨੂੰ ਵੀ ਜਾ ਕਰਕੇ ਫਤਿਹ ਕਰਾਂਗੇ। ਓਏ ਸਿੱਖ ਤੈਂ ਰੱਖਿਆ ਕਰਾਇਓ, ਤੇ ਜਿਹੜਾ ਵੀ ਉੱਥੇ ਕੋਈ ਸਿੱਖ ਹੋਵੇਗਾ ਜਾਂ ਗੁਰੂ ਦਾ ਸਿੱਖ ਬਣ ਜਾਵੇਗਾ ਉਹਦੀ ਫਿਰ ਗੁਰੂ ਕਾ ਖਾਲਸਾ ਰੱਖਿਆ ਜ਼ਰੂਰ ਕਰੇਗਾ। ਦੋਹਰਾ ਤੋਂ ਬੰਦੇ ਕਹਿਲੂਰੀਅਨ ਕਹੀ ਖਬਰ ਹੋਦਾਰ, ਤੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੜ੍ਹਾਈ ਕਰਨ ਤੋਂ ਪਹਿਲਾਂ ਕਹਿਲੂਰ ਦੇ ਰਾਜੇ ਨੂੰ ਇੱਕ ਚਿੱਠੀ ਲਿਖ ਕੇ ਭੇਜੀ, ਸੁਨੇਹਾ ਭੇਜਿਆ ਕਿ ਖਬਰਦਾਰ ਹੋ ਜਾ, ਫਿਰ ਕਿਤੇ ਕਵੀ ਨਾ ਵੀ ਪਤਾ ਨਹੀਂ ਸੀ ਲੱਗਾ ਖਾਲਸਾ ਆ ਰਿਹਾ, ਗੁਰੂ ਦਾ ਖਾਲਸਾ ਤੇਰੇ ਤੇ ਚੜ੍ਹਾਈ ਕਰਨ ਲਈ ਆ ਰਿਹਾ, ਤੂੰ ਤਿਆਰ ਬਰ ਤਿਆਰ ਹੋ ਜਾ, ਹੁਣ ਜੰਗ ਦੇ ਮੈਦਾਨ ਦੇ ਵਿੱਚ 2-2 ਹੱਥ ਕਰਾਂਗੇ। ਅਕੇ ਤਾਂ ਹਮ ਰਈਅਤ ਬਨੋ ਅਕੇ ਲਰੋ ਹਮ ਨਾਰ, ਜਾਂ ਤਾਂ ਸਾਡੇ ਨਾਲ ਜੰਗ ਕਰ ਲੈ ਤੇ ਜਾਂ ਫਿਰ ਸਾਡੇ ਅੱਗੇ ਝੁਕ ਜਾ, ਤੇ ਨਹੀਂ ਤਾਂ ਫਿਰ ਤੈਨੂੰ ਮਾਰ ਮੁਕਾਵਾਂਗੇ। ਚੌਪਈ ਮੈਂ ਆਇਓ ਅਬ ਪਰਬਤ ਲੁਟਾਵਣ, ਬਾਬਾ ਬੰਦਾ ਸਿੰਘ ਬਹਾਦਰ ਨੇ ਸੁਨੇਹਾ ਪਹੁੰਚਾਇਆ ਕਿ ਪੰਜਾਬ ਜਿੱਤਣ ਤੋਂ ਬਾਅਦ ਹੁਣ ਮੈਂ ਪਹਾੜੀ ਰਾਜਿਆਂ ਨੂੰ ਲੁੱਟਣ ਵਾਸਤੇ ਆਇਆ ਹਾਂ।
ਗੁਰੂ ਕਹੀ ਤੁੜ ਸਤ ਧਾਰ ਮਿਲਾਵਨ। ਕਿਉਂਕਿ ਮੈਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਇਹ ਪਹਾੜੀ ਰਾਜਿਆਂ ਦੇ ਰਾਜ ਨੂੰ ਮੈਂ ਮਿੱਟੀ ਵਿੱਚ ਮਿਲਾ ਦਿਆਂਗਾ। ਜੋ ਕਿਛ ਹੋਏ ਕਰ ਲਿਓ ਤਕੜਾਈ। ਇਸ ਕਰਕੇ ਜੋ ਕੁਛ ਤੂੰ ਕਰ ਸਕਦਾ ਤਗੜਾ ਹੋ ਕੇ ਕਰ ਲੈ, ਤੇਰੇ ਕੋਲ ਸਮਾਂ ਹੈ। ਇਹ ਨਾ ਕਵੀ ਵੀ ਬੰਦਾ ਸਿੰਘ ਬਹਾਦਰ ਨੇ ਹਮਲਾ ਕਰਨ ਤੋਂ ਪਹਿਲਾਂ ਮੈਨੂੰ ਦੱਸਿਆ ਨਹੀਂ। ਮਾਰੂ ਤੁਮਕੋ ਢੋਲ ਬਜਾਈ। ਤੇ ਚੇਤੇ ਰੱਖੀ ਜਿੰਨੀ ਮਰਜ਼ੀ ਤਿਆਰੀ ਕਰ ਲਵੀਂ, ਪਰ ਇਹ ਗੁਰੂ ਦਾ ਬੰਦਾ ਸਿੰਘ ਬਹਾਦਰ ਡੰਕੇ ਦੀ ਚੋਟ ਤੇ ਨਗਾਰੇ ਦੀ ਚੋਟ ਤੇ ਆ ਕਰਕੇ ਤੇਰਾ ਸੋਧਾ ਲਾਵੇਗਾ। ਇਹ ਸੀ ਖਾਲਸਾ ਜੀ ਸਾਡੇ ਸੂਰਬੀਰਾਂ ਦੇ ਅੰਦਰ ਜੁਰਤ, ਇਹ ਜਜ਼ਬਾ ਸੀ ਕਿ ਕਿਸੇ ਤੇ ਹਮਲਾ ਕਰਨ ਤੋਂ ਪਹਿਲਾਂ ਉਸ ਫੌਜਦਾਰ ਨੂੰ, ਉਸ ਰਾਜੇ ਨੂੰ ਪਹਿਲਾਂ ਹੀ ਸਾਵਧਾਨ ਕਰ ਦੇਣਾ ਵੀ ਖਾਲਸਾ ਆ ਰਿਹਾ, ਤਗੜਾ ਹੋ ਜਾ ਤੇ ਖਾਲਸਾ ਆ ਕੇ ਤੇਰਾ ਰਾਜ ਮਲੀਆ ਮੇਟ ਕਰੇਗਾ। ਸੋ ਸੁਨ ਰਾਜੇ ਗਰਰਾ ਕੀਆ। ਤੋ ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਦਾ ਸੁਨੇਹਾ ਪਹੁੰਚਿਆ ਕਹਿਲੂਰ ਦੀ ਧਰਤੀ ਤੇ, ਹੁਣ ਰਾਜਾ ਬੜਾ ਹੰਕਾਰੀ ਸੀ, ਉਹ ਹੋਰ ਵੀ ਹੰਕਾਰ ਦੇ ਵਿੱਚ ਬਚਨ ਕਰਨ ਲੱਗਾ। ਹਮ ਬਸੇ ਪਰਬਤੀ ਬੜ ਉੱਚੇ ਥੀਆ। ਕਹਿੰਦਾ ਅਸੀਂ ਪਹਾੜਾਂ ਤੇ ਵਸਦੇ ਆਂ, ਸਾਡੇ ਕਿਲੇ ਪਹਾੜਾਂ ਦੀ ਚੋਟੀਆਂ ਤੇ ਨੇ। ਇਹ ਬੰਦਾ ਸਿੰਘ ਬਹਾਦਰ ਸਾਡਾ ਆ ਕੇ ਕੀ ਮੁਕਾਬਲਾ ਕਰੇਗਾ। ਮੰਤਰ ਜੰਤਰ ਤੋਹੇ ਪੁਜੇ ਹਮ ਪੁਰ ਨਾਹੇ। ਕਹਿਣ ਲੱਗਾ ਪਤਾ ਮੈਨੂੰ ਬੰਦਾ ਸਿੰਘ ਬਹਾਦਰ ਕੋਲ ਜੰਤਰ ਮੰਤਰ ਨੇ, ਪਰ ਆ ਪਹਾੜਾਂ ਦੀ ਉਚਾਈਆਂ ਤੇ, ਪਹਾੜਾਂ ਦੀ ਚੋਟੀਆਂ ਤੇ ਉਸ ਬੰਦਾ ਸਿੰਘ ਬਹਾਦਰ ਦੇ ਜੰਤਰ ਮੰਤਰ ਨਹੀਂ ਚੱਲਣਗੇ। ਬਹੁ ਦੇਵ ਦੇਵੀ ਰਹਿ ਪਰਬਤ ਮਾਹੇ। ਪਹਾੜਾਂ ਤੇ ਵੀ ਬੜੇ ਬੜੇ ਵੱਡੇ ਦੇਵੀ ਦੇਵਤੇ ਪੀਰ ਫਕੀਰ ਨੇ ਮੇਰੇ ਕੋਲ, ਜਿਹੜੇ ਬੰਦਾ ਸਿੰਘ ਬਹਾਦਰ ਨੂੰ ਹਰਾ ਦੇਣਗੇ। ਜੱਟ ਬੂਟ ਕਰ ਲਿਓ ਸਿਪਾਹੇ। ਕਹਿਣ ਲੱਗਾ ਕਹਿਲੂਰ ਦਾ ਰਾਜਾ ਵੀ ਤੂੰ ਜੱਟ ਜ਼ਿਮੀਂਦਾਰਾਂ ਨੂੰ ਇਕੱਠਿਆਂ ਕਰਕੇ ਸੋਚਦਾ ਮੈਂ ਕਹਿਲੂਰ ਨੂੰ ਫਤਿਹ ਕਰ ਲਿਆਂਗਾ। ਕਹਿੰਦੇ ਤੇਰਾ ਭੁਲੇਖਾ ਹੈ, ਇਹ ਮਾਮੂਲੀ ਜੇ ਲੋਕ ਆ ਕੇ ਕੀ ਮੁਕਾਬਲਾ ਕਰਨਗੇ। ਹਮ ਤੇਗ ਅੱਗੇ ਕਹੋ ਕਥ ਟਿਕੇ ਵਾਹੇ। ਮੇਰੀ ਤਲਵਾਰ ਅੱਗੇ ਤੇਰੇ ਆ ਮਾਮੂਲੀ ਜੇ ਜ਼ਿਮੀਂਦਾਰ ਟਿਕਣ ਨਹੀਂ ਲੱਗੇ। ਇਹ ਸੱਚ ਹੈ ਖਾਲਸਾ ਜੀ ਕਿ ਉਸ ਵਕਤ ਜਿਹੜੇ ਵੇਖਣ ਵਾਲੀਆਂ ਹਕੂਮਤਾਂ ਸਰਕਾਰਾਂ ਤੇ ਹੀ ਸੋਚਦੀਆਂ ਵੀ ਇਹ ਜੱਟ ਨੇ, ਸ਼ੀਂਬੇ ਨੇ, ਨਾਈ ਨੇ, ਖੱਤਰੀ ਨੇ, ਇਹ ਕੀ ਮੁਕਾਬਲਾ ਕਰਨਗੇ, ਮਾਰ ਮੁਕਾਵਾਂਗੇ। ਪਰ ਉਹਨਾਂ ਨੂੰ ਪਤਾ ਨਹੀਂ ਵੀ ਜਦੋਂ ਸਤਿਗੁਰੂ ਦੇ ਘਰ ਦੇ ਵਿੱਚ ਖੰਡੇ ਦੀ ਪੋਲ ਲਈ, ਜਦੋਂ ਅੰਮ੍ਰਿਤ ਛਕਿਆ ਤੇ ਗੁਰੂ ਨਾਨਕ ਦੇ ਘਰ ਵਿੱਚ ਨਵਾਂ ਜਨਮ ਹੋ ਗਿਆ ਸੀਗਾ, ਇਸ ਕਰਕੇ ਉਹ ਜੱਟਾਂ ਤੋਂ, ਸ਼ੀਂਬਿਆਂ ਤੋਂ, ਨਾਈਆਂ ਤੋਂ, ਤਰਖਾਣਾ ਤੋਂ ਗੁਰੂ ਕੇ ਸਿੰਘ ਬਣ ਗਏ ਸੀ। ਤੇ ਜਦੋਂ ਨਵਾਂ ਜਨਮ ਹੋ ਗਿਆ ਕਹਿੰਦੇ ਤਾਕਤ ਵੀ ਨਵੀਂ ਮਿਲ ਗਈ। ਇਸੇ ਮਾਣ ਦੇ ਵਿੱਚ ਰਾਜੇ ਅੰਨੇ ਰਹੇ ਵੀ ਸਾਡਾ ਕੁਝ ਵਿਗਾੜ ਨਹੀਂ ਸਕਦੇ, ਪਰ ਮੁੱਠੀ ਭਰ ਸਿੰਘਾਂ ਨੇ ਖਾਲਸਾ ਜੀ ਰਾਜਿਆਂ ਨੂੰ ਜਾ ਕੇ ਮਲੀਆ ਮੇਟ ਕਰ ਦਿੱਤਾ। ਓ ਜਿਸ ਗੁਰੂ ਤੁਮ ਭੇਜੇ ਆਏ। ਕਹਿਣ ਲੱਗਾ ਕਹਿਲੂਰ ਦਾ ਰਾਜਾ ਵੀ ਜਿਹੜੇ ਗੁਰੂ ਨੇ ਤੈਨੂੰ ਭੇਜਿਆ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਉਨ ਕੋ ਦੇਖ ਹਮ ਕਸ ਹੱਥ ਲਾਏ। ਤੂੰ ਚੇਤੇ ਰੱਖ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਉੱਤੇ ਵੀ 10 ਲੱਖ ਦੀ ਫੌਜ ਦੀ ਚੜ੍ਹਾਈ ਕਰਵਾ ਦਿੱਤੀ ਸੀ। ਤੂੰ ਕੀ ਚੀਜ਼ ਹੈ। ਪਰਬਤ ਚੜੇ ਬਿਨ ਅਲਖ ਨ ਲਿਓ। ਇਸ ਕਰਕੇ ਤੂੰ ਪਹਾੜੀ ਰਾਜਿਆਂ ਵਾਸਤੇ ਕੁਝ ਹੋਰ ਸੋਚਦਾ ਹੈ, ਪਰ ਤੇਰਾ ਹੰਕਾਰ ਉਦੋਂ ਤੱਕ ਟੁੱਟਣਾ ਨਹੀਂ ਜਦੋਂ ਤੱਕ ਤੇਰਾ ਮੇਰੇ ਨਾਲ ਵਾਹ ਨਾ ਪਿਆ। ਇਹ ਕਹਿਲੂਰ ਦਾ ਰਾਜਾ ਕਹਿ ਰਿਹਾ ਵੀ ਜਦੋਂ ਤੱਕ ਤੇਰਾ ਮੇਰੇ ਨਾਲ ਟਾਕਰਾ ਨਾ ਹੋਇਆ ਤੈਨੂੰ ਭੁਲੇਖਾ ਰਵੇਗਾ, ਇਸ ਕਰਕੇ ਤੂੰ ਵੀ ਛੇਤੀ ਆ ਜਾ। ਹਿਮ ਬਚੇ ਅੱਗਿਓਂ ਕਹਿਲੂਰੀ ਕਿਹਾ। ਇਸ ਤਰ੍ਹਾਂ ਦੇ ਬਚਨ ਕਹਿਲੂਰ ਦੇ ਰਾਜੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੋਲੇ। ਤੋ ਜਾ ਜੇ ਜੋ ਚੜ ਬੰਦੋ ਹਿਜੀ ਬਹਿਓ। ਤੇ ਕਹਿੰਦੇ ਇਧਰੋਂ ਫਿਰ ਆਨੰਦਪੁਰ ਸਾਹਿਬ ਤੋਂ ਅਰਦਾਸਾ ਸੋਧ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੜ੍ਹਾਈ ਕਰ ਦਿੱਤੀ। ਤੇ ਇੱਕ ਬੜਥਾ ਤਾਂ ਇੱਕ ਥੜਾ ਬੰਦੇ ਜੀ ਕੇ ਹੋ। ਤੇ ਖਾਲਸਾ ਜੀ ਕਹਿਲੂਰ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਇੱਕ ਉੱਚਾ ਥੜਾ ਬਣਵਾਇਆ। ਸਦ ਲੋਕਨ ਤੈ ਹੋ ਕੋ ਦਿਵਾਇਓ। ਤੇ ਸਾਰੇ ਲੋਕਾਂ ਨੂੰ ਉਸ ਥੜੇ ਦੇ ਕੋਲ ਬੁਲਾ ਕਰਕੇ ਉੱਚੀ ਜਹੀ ਹੋਕਾ ਦੇ ਦਿੱਤਾ। ਜਿਸ ਹੋਏ ਦੁੱਖ ਸੁਖ ਇਸ ਤੈ ਪਾਇਓ। ਤੇ ਕਹਿਣ ਲੱਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਚਾ ਥੜਾ ਬਣਾ ਕਰਕੇ ਥੜੇ ਤੇ ਸ਼ਸਤਰਾਂ ਦਾ ਆਸਣ ਲਾ ਦਿੱਤਾ
ਤੇ ਜਿਹੜੇ ਲੋਕ ਜਾ ਕਰਕੇ ਕਬਰਾਂ ਨੂੰ ਮੜੀਆਂ ਨੂੰ ਪੂਜਦੇ ਸੀ, ਉਹਨਾਂ ਲੋਕਾਂ ਨੂੰ ਕਿਹਾ ਵੀ ਆਹ ਥੜੇ ਦੇ ਉੱਤੇ ਸਾਡੇ ਪੀਰ ਨੇ, ਸਾਡੀ ਉਹ ਤਾਕਤ ਹੈ, ਕਾਲ ਤੁਹੀਂ ਕਾਲੀ ਤੁਹੀਂ, ਤੁਹੀਂ ਤੇਗ ਅਰਤੀਰ, ਤੁਹੀਂ ਨਿਸ਼ਾਨੀ ਜੀਤ ਕੀ, ਆਜ ਤੁਹੀਂ ਜਗਬੀਰ। ਅੱਜ ਤੋਂ ਬਾਅਦ ਜੇ ਕਿਸੇ ਨੂੰ ਦੁੱਖ ਹੋਇਆ, ਉਹ ਇਸ ਥੜੇ ਕੋਲ ਆ ਕੇ ਸ਼ਸਤਰਾਂ ਅੱਗੇ, ਪੀਰਾਂ ਅੱਗੇ ਅਰਦਾਸ ਕਰਿਓ। ਇਸ ਪੀਰਾਂ ਅੱਗੇ ਅਰਦਾਸ ਕੀਤਿਆਂ ਤੁਹਾਡੇ ਦੁੱਖ ਦੂਰ ਹੋ ਜਾਣਗੇ, ਤੁਹਾਨੂੰ ਸੁੱਖ ਮਿਲ ਜਾਣਗੇ। ਇਸ ਤਰ੍ਹਾਂ ਦਾ ਹੋਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਦੇ ਦਿੱਤਾ। ਹਮ ਪਰਬਤੀਆਂ ਸਿੱਧੀ ਖੋ ਸਿਆਣੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਆ ਮੈਂ ਪਹਾੜੀ ਜਿਹੜੇ ਪੀਰ ਫਕੀਰ ਨੇ, ਇਹਨਾਂ ਦੀਆਂ ਸਿੱਧੀਆਂ ਖੋਹ ਲਈਆਂ। ਅੱਜ ਤੋਂ ਬਾਅਦ ਜੇ ਪੂਜਾ ਕਰਨੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰੋ। ਦੇਵ ਦੇਵੀ ਤਿਲਿਆਈਆਂ ਪ੍ਰਗਟਾਣੀ। ਆਹੀ ਸਾਡੀ ਦੇਵੀ ਹੈ, ਆਹੀ ਸਾਡੀ ਚੰਡੀ ਹੈ, ਜਿਸ ਚੰਡੀ ਦਾ ਪ੍ਰਕਾਸ਼ ਮੈਂ ਥੜੇ ਤੇ ਕੀਤਾ ਹੋਇਆ ਹੈ। ਦੋਰਾ ਬਹੁ ਦੁਖੀਏ ਚਲਤੇ ਆਏ, ਗਏ ਸੋ ਦੁਖ ਗਵਾਏ। ਹੁਣ ਖਾਲਸਾ ਜੀ, ਜਦੋਂ ਕਿਸੇ ਨੂੰ ਪਤਾ ਲੱਗਦਾ ਨਾ ਵੀ ਉਸ ਥਾਂ ਤੇ ਜਾ ਕੇ ਦੁੱਖ ਦੂਰ ਹੋ ਜਾਣੇ ਨੇ, ਤੇ ਮਨੁੱਖੀ ਸੁਭਾਅ ਏ ਕਿ ਧਾਰਮਿਕ ਸਥਾਨਾਂ ਤੇ ਜਿਹੜੀ ਭੀੜ ਹੁੰਦੀ ਹੈ ਨਾ, ਰੱਬ ਨੂੰ ਪਾਉਣ ਵਾਲਿਆਂ ਦੀ ਘੱਟ ਹੁੰਦੀ ਹੈ, ਸੁੱਖ ਨੂੰ ਪਾਉਣ ਵਾਲਿਆਂ ਦੀ ਜ਼ਿਆਦਾ ਹੁੰਦੀ ਹੈ। ਕਿਉਂਕਿ ਬੰਦਾ ਧਰਮ ਤੇ ਤੁਰਦਾ ਹੀ ਤਾਂ ਹੈ ਵੀ ਸੁੱਖ ਮਿਲ ਜਾਵੇ, ਪਰ ਪ੍ਰਮਾਤਮਾ ਨੂੰ ਪਾਉਣ ਵਾਸਤੇ ਕੋਈ ਵਿਰਲਾ ਤੁਰਦਾ ਹੈ। ਤਾਂ ਹੀ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜਿਹ ਚੀਤ। ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ, ਗੁਰੂ ਨਾਨਕ ਨੂੰ ਮਿਲਣ ਦੀ ਤਾਂਘ ਰੱਖ ਕੇ ਗੁਰਦੁਆਰੇ ਆਉਂਦਾ। ਪਰ ਨਹੀਂ ਤਾਂ ਜ਼ਿਆਦਾ ਭਾਵੇਂ ਮੈਂ ਵੀ ਹੋਵਾਂ, ਭਾਵੇਂ ਆਮ ਸੰਗਤ, ਸਾਰੇ ਗੁਰੂ ਘਰ ਸੁੱਖਾਂ ਨੂੰ ਮੁੱਖ ਰੱਖ ਕੇ ਆਉਂਦੇ ਆ। ਪਰ ਠੀਕ ਹੈ, ਸੁੱਖ ਵੀ ਸਤਿਗੁਰੂ ਤੋਂ ਮੰਗਣੇ ਨੇ, ਪਰ ਸੁੱਖਾਂ ਦੇ ਨਾਲ ਨਾਲ ਇਹ ਭਾਵਨਾ ਜ਼ਰੂਰ ਹੋਵੇ, ਪਾਤਸ਼ਾਹ ਸੁੱਖ ਦਿਓ, ਪਰ ਸੁੱਖ ਦੇ ਕੇ ਕਿਤੇ ਆਪਣੇ ਤੋਂ ਦੂਰ ਨਾ ਕਰ ਦਿਓ। ਪਾਤਸ਼ਾਹ ਸੁੱਖ ਦਿਓ, ਪਰ ਸੁੱਖ ਦੇ ਕਰਕੇ ਕਿਤੇ ਸਾਨੂੰ ਭੁਲਾ ਨਾ ਦਿਓ। ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਖਾਲਸਾ ਜੀ, ਮੈਨੂੰ ਇੱਕ ਬਚਨ ਚੇਤੇ ਆ ਗਿਆ। ਹਰਮੰਦਰ ਸਾਹਿਬ ਦੀ ਧਰਤੀ ਤੇ ਇੱਕ ਮਹਾਂਪੁਰਸ਼ ਬਹੁਤ ਸੇਵਾ ਕਰਦੇ ਨੇ ਪਰਿਕਰਮਾ ਦੇ ਅੰਦਰ। ਉਹਨਾਂ ਦੇ ਨਾਲ ਇੱਕ ਦਿਨ ਵਿਚਾਰ ਚਰਚਾ ਹੋਈ ਤੇ ਉਹ ਮਹਾਂਪੁਰਖ ਕਹਿਣ ਲੱਗੇ ਕਿ ਭਾਈ ਸਿੱਖਾ, ਕਹਿੰਦੇ ਜਦੋਂ ਅਸੀਂ ਨੌਜਵਾਨੀ ਉਮਰ ਦੇ ਵਿੱਚ ਸੀ ਤੇ ਗੁਰੂ ਰਾਮਦਾਸ ਦੇ ਘਰ ਵਿੱਚ ਆ ਕੇ ਸੇਵਾ ਕਰਨੀ, ਤੇ ਕਹਿੰਦੇ ਅਸੀਂ 3-4 ਦੋਸਤ ਸੀ, ਸਾਰਿਆਂ ਨੇ ਹਰਮੰਦਰ ਸਾਹਿਬ 12 ਘੰਟੇ ਲਗਾਤਾਰ ਸੇਵਾ ਕਰਨੀ। ਕਹਿੰਦੇ ਨੇ ਸਾਰੀ ਰਾਤ 8 ਵਜੇ ਤੋਂ, ਰਾਤ ਨੂੰ 8 ਵਜੇ ਤੋਂ ਲੈ ਕੇ ਦਿਨ ਦੇ 8 ਵਜੇ ਤੱਕ ਸੇਵਾ ਹੀ ਕਰਨੀ ਹੈ, ਨਾ ਕੁਝ ਖਾਣਾ ਤੇ ਨਾ ਕੁਝ ਪੀਣਾ ਤੇ ਨਾ ਸੌਣਾ। ਕਹਿੰਦੇ ਜਦੋਂ ਨੀਂਦ ਆਉਣੀ, ਸਰੋਵਰ ਦੇ ਵਿੱਚੋਂ ਜਲ ਦੇ ਛੱਟੇ ਮਾਰ ਲੈਣੇ, ਤੇ ਕਹਿੰਦੇ ਜਾਂ ਝਾੜੂ ਫੇਰਨਾ, ਜਾਂ ਜੋੜੇ ਘਰ ਚਲੇ ਜਾਣਾ, ਜਾਂ ਲੰਗਰ ਘਰ ਚਲੇ ਜਾਣਾ। ਇਸ ਤਰ੍ਹਾਂ ਸੇਵਾ ਕਰਨੀ ਜਾਂ ਸਿਮਰਨ ਕਰਨਾ। ਕਹਿੰਦੇ ਜਦੋਂ ਸੇਵਾ ਸ਼ੁਰੂ ਕੀਤੀ ਤੇ ਇੱਕ ਦੋਸਤ ਦਾ ਸੁਪਨਾ ਸੀ ਕਿ ਮੈਂ ਅਮਰੀਕਾ ਪੱਕਾ ਹੋ ਜਾਵਾਂ, ਤੇ ਕਹਿੰਦੇ ਇੱਕ ਨੇ ਅਰਦਾਸ ਕੀਤੀ ਕਿ ਮੈਂ ਡਾਕਟਰ ਬਣ ਜਾਵਾਂ, ਤੇ ਇੱਕ ਨੇ ਅਰਦਾਸ ਕੀਤੀ ਕਿ ਮੇਰਾ ਬਿਜ਼ਨਸ ਵਧੀਆ ਹੋ ਜਾਵੇ। ਤੇ ਕਹਿੰਦੇ ਉਹਨਾਂ ਦੇ ਨਾਲ ਹੁਣ ਮੇਰੀ ਬੀਤੇ ਦਿਨੇ ਗੱਲ ਹੋਈ, ਤੇ ਕਹਿੰਦੇ ਜਿਹਨੇ ਅਮਰੀਕਾ ਦਾ ਮੰਗਿਆ ਸੀ ਉਹ ਅਮਰੀਕਾ ਪੱਕਾ ਹੋ ਗਿਆ, ਉਹਦਾ ਵਿਆਹ ਵੀ ਅਮਰੀਕਾ ਹੋ ਗਿਆ, ਉੱਥੇ ਪਰਿਵਾਰ ਸੈੱਟ ਹੋ ਗਿਆ। ਜਿਹਨੇ ਕਿਹਾ ਮਹਾਰਾਜ ਮੈਨੂੰ ਡਾਕਟਰ ਬਣਾ ਦਿਓ, ਗੁਰੂ ਰਾਮਦਾਸ ਨੇ ਉਹਨੂੰ ਡਾਕਟਰ ਬਣਾ ਦਿੱਤਾ। ਉਹਦੀ ਅੱਗੋਂ ਵਾਈਫ ਵੀ ਡਾਕਟਰ ਹੈ ਤੇ ਉਹ ਇਸ ਵਕਤ ਕੈਨੇਡਾ ਸੈੱਟ ਹੈ। ਕਹਿੰਦੇ ਜਿਹਨੇ ਬਿਜ਼ਨਸ ਕਿਹਾ ਸੀ ਉਹਦਾ ਬਿਜ਼ਨਸ ਅੰਮ੍ਰਿਤਸਰ ਹੀ ਸੈੱਟ ਹੋ ਗਿਆ, ਗੁਰੂ ਰਾਮਦਾਸ ਨੇ ਕਿਰਪਾ ਕਰ ਦਿੱਤੀ। ਤੇ ਉਹ ਤਿੰਨੇ ਦੋਸਤ ਪੁੱਛਦੇ ਨੇ ਉਹਨਾਂ ਮਹਾਂਪੁਰਸ਼ਾਂ ਨੂੰ ਕਿ ਅਸੀਂ ਤਾਂ ਸਾਰੇ ਸੈੱਟ ਆਂ, ਪਰ ਤੂੰ ਗੁਰੂ ਰਾਮਦਾਸ ਤੋਂ ਕੀ ਮੰਗਿਆ ਸੀ, ਤੂੰ ਨਹੀਂ ਦੱਸਿਆ। ਕਹਿੰਦੇ ਮੈਂ ਗੁਰੂ ਰਾਮਦਾਸ ਨੂੰ ਕਿਹਾ ਸੀ, ਬਾਬਾ ਰੋਜ਼-ਰੋਜ਼ ਮੰਗਣ ਨਾਲੋਂ ਚੰਗਾ ਹੈ ਮੈਂ ਤੇਰੇ ਤੋਂ ਇੱਕ ਵਾਰ ਮੰਗਦਾ, ਤੂੰ ਮੈਨੂੰ 4-5 ਕਰੋੜ ਰੁਪਈਆ ਦੇ ਦੇ, ਪਰ ਇੰਨਾ ਪੈਸਾ ਦੇ ਦੇਈਂ, ਪਰ ਬਾਬਾ ਮੈਨੂੰ ਕਦੇ ਆਪਣੇ ਪਰਿਕਰਮਾ ਦੀ ਸੇਵਾ ਤੋਂ ਦੂਰ ਨਾ ਕਰੀ। ਇੰਨਾ ਪੈਸਾ ਵੀ ਦੇ ਦੇਈਂ, ਪਰ ਇਹ ਕਿਰਪਾ ਕਰੀ ਵੀ ਮੈਂ ਰੋਜ਼ ਤੇਰੀ ਪਰਿਕਰਮਾ ਦੀ ਸੇਵਾ ਵਿੱਚ ਹਾਜ਼ਰੀ ਭਰਾਂ। ਤੇ ਖਾਲਸਾ ਜੀ ਛਾਤੀ ਤੇ ਹੱਥ ਧਰ ਕੇ ਕਹਿਣ ਲੱਗੇ, ਕਹਿੰਦੇ ਅੱਜ ਮਹਾਰਾਜ ਦੀ ਕਿਰਪਾ ਵੀ ਮਾਇਆ ਦੀ ਕਮੀ ਨਹੀਂ,
ਪਰ ਕਹਿੰਦੇ ਗੁਰੂ ਰਾਮਦਾਸ ਦੀ ਸਭ ਤੋਂ ਵੱਡੀ ਕਿਰਪਾ ਇਹ ਹੈ ਕਿ ਅੱਜ ਮੈਨੂੰ ਹਰਮੰਦਰ ਸਾਹਿਬ ਦੀ ਸੇਵਾ ਤੋਂ ਮਹਾਰਾਜ ਨੇ ਦੂਰ ਨਹੀਂ ਕੀਤਾ। ਜਿਹਨੇ ਅਮਰੀਕਾ ਪੱਕਾ ਹੋਣ ਲਈ ਗਿਆ ਉਹ ਪੱਕਾ ਤੇ ਹੋ ਗਿਆ, ਪਰ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰੋਜ਼ ਤਰਸਦਾ। ਜਿਹਨੇ ਡਾਕਟਰ ਕਿਹਾ ਸੀ ਉਹ ਡਾਕਟਰ ਬਣ ਗਿਆ, ਪਰ ਹਰਮੰਦਰ ਸਾਹਿਬ ਆਉਣ ਲਈ ਤਰਸਦਾ ਹੈ। ਕਹਿੰਦੇ ਮਹਾਰਾਜ ਨੇ ਮੈਨੂੰ ਜੋ ਮੰਗਿਆ ਦਿੱਤਾ, ਤੇ ਸਭ ਤੋਂ ਵੱਡੀ ਗੱਲ ਵੀ ਆਪਣੇ ਘਰ ਦੀ ਸੇਵਾ ਤੋਂ ਦੂਰ ਨਹੀਂ ਕੀਤੀ। ਸੋ ਖਾਲਸਾ ਜੀ ਇਸ ਤਰ੍ਹਾਂ ਮੰਗੀਏ ਗੁਰੂ ਕੋਲੋਂ, ਵੀ ਗੁਰੂ ਕੋਲੋਂ ਸੁੱਖ ਵੀ ਲਈਏ, ਫਿਰ ਨਾਲ ਨਾਲ ਗੁਰੂ ਨੂੰ ਇਹ ਕਹੀਏ ਵੀ ਸਤਿਗੁਰੂ ਕੱਲਾ ਘਰ ਨਾ ਦਿਓ, ਘਰ ਦੇ ਵਿੱਚ ਉਹ ਕਮਰਾ ਵੀ ਦਿਓ ਜਿਸ ਕਮਰੇ ਦੇ ਉੱਤੇ ਆ ਕੇ ਤੁਸਾਂ ਨੇ ਬੈਠਣਾ। ਸਤਿਗੁਰੂ ਕੱਲਾ ਪਰਿਵਾਰ ਨਾ ਦਿਓ, ਉਹ ਪਰਿਵਾਰ ਦੇ ਜੀ ਦਿਓ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਤੁਸਾਂ ਨੇ ਬੈਠਣਾ। ਜਦੋਂ ਇਸ ਤਰ੍ਹਾਂ ਮੰਗਦੇ ਆ ਫਿਰ ਸਤਿਗੁਰੂ ਦੀ ਹੋਰ ਵੀ ਖੁਸ਼ੀ ਮਿਲ ਜਾਂਦੀ ਹੈ। ਸੋ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਜੇ ਮੰਗਣਾ ਆ ਗੁਰੂ ਦੇ ਚਰਨਾਂ ਦਾ ਧਿਆਨ ਟਿਕਾ ਕੇ ਇਹਨਾਂ ਪੀਰਾਂ ਅੱਗੇ ਹੱਥ ਜੋੜ ਕੇ ਮੰਗੋ, ਤੁਹਾਡੀ ਅਰਦਾਸ ਪੂਰੀ ਹੋਵੇਗੀ। ਦੂਧ ਪੂਤ ਤਹਿ ਬੋ ਮਿਲੇ, ਮਨ ਇੱਛੇ ਫਲ ਪਾਏ। ਸੋ ਜਿਨੇ ਘਰ ਦੇ ਸੁੱਖ ਮੰਗੇ ਉਹਨੂੰ ਸੁੱਖ ਮਿਲਿਆ, ਜਿਨੇ ਔਲਾਦ ਮੰਗੀ ਉਹਨੂੰ ਔਲਾਦ ਮਿਲੀ, ਜੋ ਵੀ ਗੁਰੂ ਕੋਲੋਂ ਆ ਕੇ ਮੰਗਿਆ ਉਹਨੂੰ ਮਿਲ ਗਿਆ। ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨਾ ਤਿਸੈ ਬਿਆਪਤ ਕੋਈ। ਜੋ ਵੀ ਮਨ ਚ ਹੋਵੇ ਸਤਿਗੁਰੂ ਪੂਰਾ ਕਰਦੇ ਨੇ। ਇਸ ਤਰ੍ਹਾਂ ਦੀ ਕਿਰਪਾ ਗੁਰੂ ਨਾਨਕ ਦੇ ਘਰ ਵਿੱਚ ਵਰਤਦੀ ਹੈ। ਚੌਪਈ ਰਾਜ ਕਹਿਲੂਰੀ ਫਿਕਰ ਵੱਡ ਕੀਆ। ਹੁਣ ਜਦੋਂ ਕਹਿਲੂਰ ਪਹਾੜੀ ਰਾਜੇ ਦੀ ਪ੍ਰਜਾ ਸਾਰੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਜਾਣ ਲੱਗ ਪਈ, ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੋਣ ਲੱਗ ਪਈਆਂ। ਕਹਿੰਦੇ ਕਹਿਲੂਰ ਦੇ ਰਾਜੇ ਨੂੰ ਬਹੁਤ ਚਿੰਤਾ ਹੋ ਗਈ। ਸਭ ਜਲੰਧਰੀਆਂ ਨੂੰ ਲਿਖ ਸੋ ਦੀਆ। ਤੇ ਉਹਨੇ ਫਿਰ ਸੋਚਿਆ ਵੀ ਹੁਣ ਮੈਨੂੰ ਦੋ ਹੱਥ ਕਰਨੇ ਪੈਣੇ ਨੇ। ਉਹਨੇ ਖਾਲਸਾ ਜੀ ਜਲੰਧਰ ਦੇ ਸੂਬੇਦਾਰ ਨੂੰ ਇੱਕ ਸੁਨੇਹਾ ਭੇਜਿਆ। ਇੱਕ ਉਠਿਓ ਅਬੇ ਹੈ ਔਰ ਸ਼ਿਕਾਰ। ਕਹਿਣ ਲੱਗਾ ਵੀ ਇੱਕ ਹੋਰ ਸ਼ਿਕਾਰ ਖੜਾ ਹੋਇਆ, ਛੇਤੀ ਚੜ ਕੇ ਆ ਜਾਓ, ਬਸ ਇਹਦਾ ਸ਼ਿਕਾਰ ਕਰ ਲਈਏ। ਅਬ ਰਲ ਲੁਟਿਏ ਉਸ ਕੋ ਮਾਰ। ਸਾਰੇ ਰਲ ਕੇ ਆਪਾਂ ਇਹਦੇ ਤੇ ਹਮਲਾ ਕਰੀਏ ਤੇ ਇਸ ਗੁਰੂ ਦੇ ਬਣੇ ਹੋਏ ਬੰਦੇ ਨੂੰ ਲੁੱਟ ਲਈਏ। ਹੈ ਕੱਚੀ ਅਬ ਸੋਏ ਬਲਾਏ। ਹਜੇ ਤੇ ਕੱਚੀ ਬਲਾ ਹੈ। ਕਹਿੰਦਾ ਹਜੇ ਕੱਚੀ ਬਲਾ ਹੈ, ਛੇਤੀ ਪੁੱਟੀ ਜਾਵੇਗੀ। ਜੇ ਕਿਤੇ ਪੱਕੀ ਹੋ ਗਈ ਤੇ ਪੁੱਟਣਾ ਔਖਾ ਹੋ ਜਾਵੇਗਾ, ਇਸ ਕਰਕੇ ਜਲਦੀ ਆ ਜਾਓ। ਓਏ ਪੱਕੀ ਤਬ ਮਾਰਗ ਹੱਥ ਲਾਏ। ਕਿਉਂਕਿ ਜੇ ਬਲਾ ਪੱਕੀ ਹੋ ਗਈ ਫਿਰ ਇਹਨੂੰ ਹੱਥ ਪਾਉਣਾ ਬਹੁਤ ਔਖਾ ਹੋ ਜਾਵੇਗਾ। ਗੋਬਿੰਦ ਸਿੰਘ ਜਿਮ ਕਰੂ ਖੁਆਰੀ। ਜਿਸ ਤਰ੍ਹਾਂ ਆਪਾਂ ਸਾਰਿਆਂ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਪਾਇਆ ਸੀ 10 ਲੱਖ ਦੀ ਫੌਜ ਨੇ, ਹੁਣ ਸਮਾਂ ਆ ਗਿਆ ਉਸੇ ਗੁਰੂ ਗੋਬਿੰਦ ਸਿੰਘ ਦੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾਈਏ। ਜੋ 10 ਲੱਖ ਰਲ ਕੱਢਿਓ ਸੋਥੋਂ ਮਾਰੀ। ਜਿਸ ਤਰ੍ਹਾਂ 10 ਲੱਖ ਦਾ ਘੇਰਾ ਪਾ ਕਰਕੇ ਉਹਨਾਂ ਦੇ ਸ਼ਹੀਦ ਕਰ ਦਿੱਤੇ ਬੱਚੇ, ਉਸੇ ਤਰ੍ਹਾਂ ਹੁਣ ਬੰਦਾ ਸਿੰਘ ਬਹਾਦਰ ਨੂੰ ਵੀ ਘੇਰਾ ਪਾ ਕੇ ਕੱਢਣਾ ਪਵੇਗਾ। ਵਹੀ ਅੰਡ ਬਚ ਟਿੰਡ ਜਿਮ ਛੱਡ ਗਏ। ਸੋ ਜਿਸ ਤਰ੍ਹਾਂ ਗੁਰੂ ਛੱਡ ਕੇ ਚਲੇ ਗਏ ਉਸੇ ਤਰ੍ਹਾਂ ਇਹ ਵੀ ਛੱਡ ਕੇ ਭੱਜ ਜਾਵੇਗਾ। ਇਹ ਉਹਦਾ ਭੁਲੇਖਾ ਸੀ। ਅਬ ਵਹੀ ਪਰਾਚਿਤ ਹਮ ਲਗ ਆਇਓ। ਤੇ ਕਹਿਣ ਲੱਗਾ ਵੀ ਹੁਣ ਆਪਾਂ ਨੂੰ ਦੁਬਾਰਾ ਉਹ ਗੱਲ ਦੁਹਰਾਉਣੀ ਪਵੇਗੀ। ਵੋ ਵੀ ਕਹਾਵਤ ਗੁਰ ਜਿਮ ਕਰਮਾਤੀ। ਸੋ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਵੀ ਕਰਾਮਾਤੀ ਸਨ, ਕਹਿੰਦਾ ਵੀ ਇਹ ਵੀ ਆਪਣੇ ਆਪ ਨੂੰ ਕਰਾਮਾਤੀ ਅਖਵਾਉਂਦਾ ਹੈ, ਪਰ ਆਪਾਂ ਸਾਰੇ ਘੇਰਾ ਪਾ ਕਰਕੇ ਇਸ ਨੂੰ ਪਕੜ ਲਈਏ। ਪਰ ਹੈ ਰਸਾਇਣੀ ਹਮ ਜਾਤੀ। ਮੈਨੂੰ ਪਤਾ ਹੈ ਲੋਕ ਕਹਿੰਦੇ ਨੇ ਇਹ ਰਸਾਇਣੀ ਹੈ, ਇਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ। ਅਕੇ ਪਾਰਸ ਅਕੇ ਪੋਰਸ ਪਾਸੇ। ਮੈਨੂੰ ਪਤਾ ਇਹਦੇ ਕੋਲ ਪਾਰਸ ਵੀ ਹੈ, ਇਹਦੇ ਕੋਲ ਦਬਾਅ ਵੀ ਹੈ, ਇਹਦੇ ਕੋਲ ਜੜੀ ਬੂਟੀਆਂ ਦਾ ਗਿਆਨ ਵੀ ਹੈ। ਕੱਢ ਦੇ ਤਬੋ ਮੋਹਰੇ ਖਾਸੇ। ਤੇ ਖੀਸੇ ਦੇ ਵਿੱਚ ਹੱਥ ਪਾ ਕਰਕੇ ਮੋਹਰਾਂ ਕੱਢੀ ਜਾਂਦਾ ਹੈ। ਅਬ ਉਸ ਕੋ ਕੁਮ ਲਈਏ ਫਰੇ। ਪਰ ਹੁਣ ਆਪਾਂ ਘੇਰਾ ਪਾ ਕੇ ਇਹਨੂੰ ਪਕੜੀਏ ਤੇ ਵੇਖੀਏ ਵੀ ਇਹਦੇ ਕੋਲ ਕਿਹੜਾ ਖਿੱਸਾ ਜਿਹਦੇ ਵਿੱਚੋਂ ਮਾਇਆ ਕੱਢੀ ਜਾਂਦਾ ਹੈ। ਤੋ ਹਮ ਪਰਬਤੀਆਂ ਕਾ ਕੰਮ ਸਰੇ। ਤਾਂ ਹੀ ਸਾਡਾ ਪਹਾੜੀ ਰਾਜਿਆਂ ਦਾ ਕਾਰਜ ਰਾਸ ਆਵੇਗਾ ਜੇ ਬੰਦਾ ਸਿੰਘ ਬਹਾਦਰ ਨੂੰ ਪਕੜ ਲਿਆ। ਖਾਲਸਾ ਜੀ ਇਹ ਭੁਲੇਖਾ ਸੀ। ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਬਚਨ ਸਨ ਕਿ ਖੀਸਾ ਤੇਰਾ ਹੱਥ ਮੇਰਾ, ਤੇ ਇਹੋ ਬਚਨ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਸੀ। ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਮਾਇਆ ਕਿੱਥੋਂ ਆਉਂਦੀ ਹੈ,
ਪਰ ਮਾਇਆ ਦਾਸੀ ਭਗਤਾਂ ਕੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਨਮਸਕਾਰਾਂ ਕਰਦੀ ਹੈ। ਗੁਰੂ ਕਾ ਸਿੱਖ ਭਰੋਸੇ ਵਾਲਾ ਹੋਵੇ, ਪਿਆਰ ਵਾਲਾ ਹੋਵੇ, ਮਾਇਆ ਪਿੱਛੇ ਭੱਜਣਾ ਨਹੀਂ ਪੈਂਦਾ। ਮਹਾਰਾਜ ਦੇ ਚਰਨਾਂ ਪਿੱਛੇ ਭੱਜੀਏ ਤੇ ਮਾਇਆ ਉਸ ਸਿੱਖ ਦੇ ਪਿੱਛੇ ਭੱਜਦੀ ਹੈ ਜਿਹੜਾ ਮਹਾਰਾਜ ਦੇ ਚਰਨਾਂ ਪਿੱਛੇ ਭੱਜਦਾ ਹੈ। ਸਤਿਗੁਰ ਪਿੱਛੇ ਭੱਜ ਪਵੈ, ਇਹਾ ਕਰਨੀ ਜਗਸਾਰ। ਸੋ ਗੁਰੂ ਕਾ ਸਿੱਖ ਸਤਿਗੁਰੂ ਪਿੱਛੇ ਭੱਜੇ। ਸੋ ਪਹਾੜੀ ਰਾਜੇ ਕਹਿੰਦੇ ਵੀ ਬੰਦਾ ਸਿੰਘ ਬਹਾਦਰ ਨੂੰ ਪਕੜੀਏ ਤਾਂ ਹੀ ਸਾਡਾ ਕੰਮ ਰਾਸ ਆਵੇਗਾ। ਹੈ ਪਰਬਤ ਬੋ ਲੋਹੇ ਖਾਨ, ਇਹ ਪਹਾੜਾਂ ਦੇ ਵਿੱਚ ਬੜੀਆਂ ਲੋਹੇ ਦੀਆਂ ਖਾਨਾਂ ਨੇ ਜਿਨ੍ਹਾਂ ਵਿੱਚੋਂ ਲੋਹਾ ਨਿਕਲਦਾ ਹੈ। ਲੈ ਪਾਰਸ ਕਰੀਏ ਸ਼ਰਨ ਠਾਣ, ਆ ਬੰਦਾ ਸਿੰਘ ਬਹਾਦਰ ਨੂੰ ਗਿਰਫਤਾਰ ਕਰਕੇ ਇਹਦੇ ਤੋਂ ਪਾਰਸ ਲਵਾਂਗੇ ਕਿ ਕਿਸ ਤਰ੍ਹਾਂ ਲੋਹੇ ਨੂੰ ਸੋਨਾ ਬਣਾਈਦਾ। ਬਸ ਫਿਰ ਜਿਹੜੀਆਂ ਲੋਹੇ ਦੀਆਂ ਖਾਨਾਂ ਉਹ ਸੋਨੇ ਦੀਆਂ ਖਾਨਾਂ ਬਣ ਜਾਣਗੀਆਂ। ਉਹ ਜੋ ਹੈ ਰਸਾਇਣ ਉਸ ਪਾਹੇ, ਉਹ ਜਿਹੜਾ ਵੀ ਉਹਦੇ ਕੋਲ ਰਸਾਇਣ ਹੈ ਵਾਪਸ ਲੈ ਲਵਾਂਗੇ। ਸਿੱਖ ਲਊ ਤੋ ਛੱਡਿਆ ਗਤਾਹੇ, ਜਦੋਂ ਤੱਕ ਸਾਨੂੰ ਰਸਾਇਣ ਨਹੀਂ ਦਵੇਗਾ ਉਦੋਂ ਤੱਕ ਬੰਦਾ ਸਿੰਘ ਬਹਾਦਰ ਨੂੰ ਨਹੀਂ ਛੱਡਾਂਗੇ। ਦੋਰਾ ਜੋ ਹੋਏ ਨਾ ਪਾਰਸ ਰਸਾਇਣ, वो कहते दरब ले आए। ਤੇ ਕਹਿਣ ਲੱਗਾ ਵੀ ਜੇ ਬੰਦਾ ਸਿੰਘ ਬਹਾਦਰ ਕੋਲ ਇਹ ਸ਼ਕਤੀ ਨਹੀਂ ਲੋਹੇ ਨੂੰ ਸੋਨਾ ਬਣਾਉਣ ਵਾਲੀ ਤੇ ਫਿਰ ਇੰਨੀ ਮਾਇਆ ਕਿੱਥੋਂ ਲਿਆ ਰਿਹਾ ਜਿਹੜੀ ਆਮ ਲੋਕਾਂ ਦੇ ਵਿੱਚ ਇਹ ਮਾਇਆ ਵੰਡ ਰਿਹਾ। ਇਹ ਮਾਇਆ ਬੰਦਾ ਸਿੰਘ ਬਹਾਦਰ ਕੋਲ ਕਿੱਥੋਂ ਆ ਰਹੀ ਹੈ। ਪੈ ਉਸ ਰਾਜਨ ਵਣਜ ਹੈ ਵੋ ਇਤੋਂ ਖਰਚ ਕਹਿ ਖਾਏ। ਉਹਦਾ ਕਿਹੜਾ ਵਪਾਰ ਚੱਲਦਾ ਹੈ, ਕਿਹੜੇ ਕਾਰੋਬਾਰ ਚੱਲਦੇ ਨੇ ਕਿ ਲੋਕਾਂ ਦੇ ਵਿੱਚ ਇੰਨੀ ਖੁੱਲੀ ਮਾਇਆ ਵੰਡ ਰਿਹਾ ਹੈ। ਚੌਪਈ ਯੋ ਸੁਨ ਰਾਜੇ ਬਹੁ ਚੱਲ ਆਏ। ਹੁਣ ਕਹਿਲੂਰੀਏ ਦਾ ਸੁਨੇਹਾ ਮਿਲਿਆ ਤੇ ਸਾਰੇ ਜਿਹੜੇ ਰਾਜੇ ਬਚ ਗਏ ਸੀ ਇਕੱਠੇ ਹੋ ਕੇ ਚੱਲ ਪਏ। ਜੋ ਆਪ ਨਾ ਆਏ ਤਿੰਨ ਵਜ਼ੀਰ ਕਲਾਏ, ਜਿਹੜੇ ਖੁਦ ਨਾ ਆ ਸਕੇ ਉਹਨਾਂ ਆਪਣੇ ਵਜ਼ੀਰ ਕਲਾ ਦਿੱਤੇ। ਤੋ ਆਏ ਸਬਨ ਮਿਲ ਮਤੋ ਮਤਾਏ, ਤੇ ਸਾਰੇ ਆ ਕਰਕੇ ਖਾਲਸਾ ਜੀ ਕਹਿਲੂਰ ਦੇ ਰਾਜੇ ਦੇ ਨਾਲ ਇੱਕ ਮਤਾ ਪਕਾਉਂਦੇ ਨੇ। ਕਿਮ ਜੀਵਤ ਉਸ ਕੋ ਲਿਆ ਫੜਾਏ, ਸਲਾਹ ਕਰਦੇ ਨੇ ਵੀ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਜਿਉਂਦਿਆਂ ਗ੍ਰਿਫਤਾਰ ਕਰੀਏ। ਤੋ ਰਸਾਇਣ ਦੱਸੇ ਉਹ ਪਾਰਸ ਦਏ, ਕਿਉਂਕਿ ਜੇ ਜਿਉਂਦਿਆਂ ਗ੍ਰਿਫਤਾਰ ਕਰਾਂਗੇ ਤਾਂ ਹੀ ਰਸਾਇਣ ਦੱਸੇਗਾ, ਤਾਂ ਹੀ ਤਾਕਤ ਦੱਸੇਗਾ, ਤਾਂ ਹੀ ਮੰਤਰ ਦੱਸੇਗਾ ਵੀ ਕਿੱਦਾਂ ਲੋਹੇ ਨੂੰ ਸੋਨਾ ਬਣਾਈਦਾ। ਜੇ ਜਿਉਂਦਾ ਹੋਵੇਗਾ ਤਾਂ ਹੀ ਸਾਨੂੰ ਦੱਸ ਸਕੇਗਾ। ਜੋ ਵੈ ਮਾਰ ਲਈਏ ਹਮੇ ਕੌਣ ਬਤਾਏ। ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿੱਤਾ ਫਿਰ ਸਾਨੂੰ ਇਹਨਾਂ ਤਾਕਤਾਂ ਬਾਰੇ, ਇਹਨਾਂ ਸ਼ਕਤੀਆਂ ਬਾਰੇ ਕੌਣ ਦੱਸੇਗਾ। ਕਿਮ ਛਲ ਸੋ ਸਜੀਵਤ ਫੜੋ, ਸੋ ਕਿਹੜੇ ਛਲ ਦੇ ਨਾਲ, ਕਿਹੜੇ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਉਂਦਿਆਂ ਪਕੜਿਆ ਜਾਵੇ। ਉਸ ਸਿਓ ਪਹਿਲੋ ਇਵੇਂ ਨਾ ਲੜੋ, ਕਿਉਂਕਿ ਜਦੋਂ ਤੱਕ ਰਸਾਇਣ ਨਹੀਂ ਦੱਸਦਾ ਉਦੋਂ ਤੱਕ ਮਾਰਨਾ ਠੀਕ ਨਹੀਂ। ਕੋ ਕਹੇ ਉਸ ਮਾਰੋ ਸਭ ਖੂਨੀ, ਤੇ ਖਾਲਸਾ ਜੀ ਵਿੱਚੋਂ ਕਈ ਕਹਿੰਦੇ ਉਹ ਬੜਾ ਵੱਡਾ ਖੂਨੀ ਹੈ, ਉਹਨੂੰ ਮਾਰਨਾ ਨਾਮੁਮਕਿਨ ਹੈ। ਕੋ ਕਹੇ ਬਚਾਓ ਉਸ ਤੈ ਜਾਨ ਆਪਣੀ, ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਕਤ ਦਾ ਪਤਾ ਸੀ ਉਹ ਕਹਿੰਦੇ ਉਹਨੂੰ ਪਕੜਨ ਦੀਆਂ ਗੱਲਾਂ ਕਰਦੇ ਹੋ, ਬੰਦਾ ਸਿੰਘ ਬਹਾਦਰ ਨੂੰ ਮਾਰਨ ਦੀਆਂ ਗੱਲਾਂ ਕਰਦੇ ਹੋ। ਪਰ ਇਹ ਮੈਂ ਤੁਹਾਨੂੰ ਦੱਸਾਂ ਵੀ ਬੰਦਾ ਸਿੰਘ ਬਹਾਦਰ ਤੋਂ ਜੇ ਆਪਣੀ ਜਾਨ ਬਚਾਈ ਜਾਂਦੀ ਹੈ ਤੇ ਜਾਨ ਬਚਾਓ। ਉਹਨੂੰ ਪਕੜਦੇ ਪਕੜਦੇ ਕਿਤੇ ਆਪ ਹੀ ਨਾ ਉਹਦੇ ਪੈਰਾਂ ਥੱਲੇ ਆ ਜੇ। ਇਸ ਤਰ੍ਹਾਂ ਸਾਰੇ ਰਾਜੇ ਆਪਸ ਵਿੱਚ ਵਿਚਾਰ ਕਰਨ ਲੱਗੇ। ਉਹ ਕਹੇ ਉਸ ਮਾਰੋ ਮੈਦਾਨੇ, ਤੇ ਜਿਹੜੇ ਵਿੱਚੋਂ ਹੰਕਾਰੀ ਸਨ, ਮੂਰਖ ਸਨ, ਉਹ ਕਹਿੰਦੇ ਮੈਦਾਨ ਵਿੱਚ ਜਾ ਕੇ ਮਾਰ ਦਵਾਂਗੇ। ਘੇਰ ਚੌਤਰਫੋਂ ਮਤ ਪਾਵੇ ਜਾਣੇ, ਕਹਿੰਦੇ ਚਾਰੇ ਤਰਫ ਤੋਂ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਾ ਕੇ ਮਾਰ ਦਵਾਂਗੇ, ਭੱਜ ਨਹੀਂ ਸਕੇਗਾ। ਜਿਮ ਚਿਤ ਆਵੇ ਤਿਮ ਹੀ ਭਖੈ, ਸੋ ਜਿਵੇਂ ਕਿਸੇ ਦੀ ਸੋਚ ਹੈ, ਜਿੰਨਾ ਜਿਹਨੂੰ ਰੱਬ ਨੇ ਬੁੱਧੀ ਦਿੱਤੀ, ਦਿਮਾਗ ਦਿੱਤਾ, ਸਾਰੇ ਆਪੋ ਆਪਣੇ ਦਿਮਾਗ ਅਨੁਸਾਰ ਅਨੁਮਾਨ ਲਾਉਂਦੇ ਨੇ। ਜਿਤਨਕ ਮੁਖ ਬਹੁ ਤਿਤਨਕ ਆਖੈ, ਜਿਹਦਾ ਜਿੰਨਾ ਮੂੰਹ ਹੈ ਓਨੀ ਕੇ ਗੱਲ ਕਰਦਾ, ਜਿੰਨਾ ਕੇ ਗਿਆਨ ਹੈ ਓਨੀ ਕੇ ਗੱਲ ਕਰੀ ਜਾਂਦਾ ਹੈ। ਆਗੇ ਸੁਨੋ ਬੰਦੇ ਕੀ ਬਾਤ, ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਸੁਣੋ। ਵਕੀਲ ਰਾਜਨ ਕੇ ਘਲੇ ਸਦਾਤ, ਕਹਿੰਦੇ ਬੰਦਾ ਸਿੰਘ ਬਹਾਦਰ ਨੇ ਸਾਰੇ ਰਾਜਿਆਂ ਦੇ ਵਕੀਲ ਆਪਣੇ ਕੋਲ ਬੁਲਾ ਲਏ। ਦੋਹਰਾ ਉਨਕੋ ਸਦ ਐਸੇ ਕਹੋ ਤੁਮ ਕਾਹਲ ਕਾਹੇ ਕਰਾਹੋ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਤੁਸੀਂ ਕਾਹਲੇ ਕਾਤੋਂ ਪੈਨੇ ਆ, ਤੁਹਾਨੂੰ ਬਹੁਤ ਕਾਹਲ ਹੈ ਲੜਾਈ ਕਰਨ ਦੀ, ਜੰਗ ਕਰਨ ਦੀ।
ਇੰਨੀ ਜਲਦੀ ਕਿਉਂ ਕਰ ਰਹੇ ਹੋ? ਤੁਮ ਕਾਹਲ ਕੀਤੇ ਨਹਿ ਬਚੋ, ਕੋਈ ਬਚਨੁ ਯਤਨ ਕਮਾਓ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਤੁਸੀਂ ਜਲਦੀ ਕਰਦੇ ਹੋ, ਕਾਹਲੀ ਕਰਦੇ ਹੋ, ਪਰ ਚੇਤੇ ਰੱਖਿਓ ਜੇ ਕਾਹਲੀ ਕਰੋਗੇ, ਜਲਦੀ ਕਰੋਗੇ, ਤੁਹਾਡੇ ਵਿੱਚੋਂ ਕਿਸੇ ਇੱਕ ਨੇ ਵੀ ਜਿਉਂਦਿਆਂ ਨਹੀਂ ਬਚਣਾ। ਚੌਪਈ ਜੋ ਸੋ ਲੜਾਈ, ਜੋ ਸੋ ਲਿਆਈ ਫੌਜ ਪਾਤਸ਼ਾਹੀ। ਜਿਹੜੀ ਤੁਸੀਂ ਆ ਦਿੱਲੀ ਦੇ ਬਾਦਸ਼ਾਹ ਦੀ ਫੌਜ ਚੜਾ ਕੇ ਲਿਆਏ ਹੋ, ਸੋ ਮਾਰ ਹਮ ਪ੍ਰਿਥਮ ਗਵਾਈ। ਉਹ ਤਾਂ ਮੈਂ ਇੱਕ ਖਿਣ ਦੇ ਵਿੱਚ ਸਾੜ ਕੇ ਸੁਆਹ ਕਰ ਦਿਆਂਗਾ, ਜਿਸ ਫੌਜ ਦਾ ਹੰਕਾਰ ਤੁਹਾਡੇ ਰਾਜਿਆਂ ਨੂੰ ਹੈ। ਇਮ ਲੁਕ ਲੁਕ ਜੋ ਮਤੇ ਮਤਾਏ। ਆ ਜਿਹੜੇ ਤੁਸੀਂ ਆਪਣੇ ਕਮਰਿਆਂ ਦੇ ਵਿੱਚ, ਮਹਿਲਾਂ ਦੇ ਕਮਰਿਆਂ ਵਿੱਚ ਲੁਕ ਲੁਕ ਕੇ ਵਿਚਾਰਾਂ ਕਰਦੇ ਹੋ, ਮਤੇ ਪਕਾਰੇ ਹੋ। ਹਮ ਤੇ ਛਾਨੇ ਰਹੇ ਨ ਵਾਏ। ਤੁਹਾਨੂੰ ਲੱਗਦਾ ਵੀ ਬੰਦਾ ਸਿੰਘ ਬਹਾਦਰ ਨੂੰ ਪਤਾ ਨਹੀਂ ਲੱਗਦਾ। ਕਹਿੰਦਾ ਜਿਹੜੇ ਕਮਰਿਆਂ 'ਚ ਲੁਕ ਲੁਕ ਕੇ ਗੱਲਾਂ ਕਰਦੇ ਹੋ ਨਾ, ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਵੀ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਹੋ। ਹੋ ਜੇ ਤੁਮ ਸਭ ਖੂਨੀ ਮਾਰੇ। ਤੁਸੀਂ ਕਹਿੰਦੇ ਆ ਕਿ ਮੈਂ ਖੂਨੀ ਆ, ਤੁਸੀਂ ਮੈਨੂੰ ਖੂਨੀ ਹੋਣ ਦਾ ਫਤਵਾ ਦਿੰਦੇ ਹੋ। ਤੋ ਪਰੇ ਰਹੋਗੋ ਖੇਤ ਮਝਾਰੇ। ਤੇ ਚੇਤੇ ਰੱਖਿਓ ਕਿ ਮੇਰੇ ਨੇੜੇ ਨਾ ਆਇਓ, ਜੇ ਕਿਤੇ ਚੜ ਕੇ ਆ ਗਏ ਤੇ ਕੱਲੇ ਕੱਲੇ ਨੂੰ ਚੰਗਾ ਸੋਧਾ ਲਾਵਾਂਗਾ। ਚੋ ਰਸਾਇਣ ਪਾਰਸ ਫੜ ਲਿਓ। ਤੁਸੀਂ ਚਾਹੁੰਦੇ ਆ ਕਿ ਮੇਰੇ ਤੋਂ ਰਸਾਇਣ ਲੈਣਾ, ਜਿਹੜਾ ਲੋਹੇ ਨੂੰ ਸੋਨਾ ਬਣਾ ਦਿੰਦਾ। ਤੁਸੀਂ ਇਹ ਲੁਕ ਲੁਕ ਕੇ ਜਿਹੜੀਆਂ ਗੱਲਾਂ ਕੀਤੀਆਂ, ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ। ਮੈਂ ਇਕਲ ਆਵੋ ਤੋ ਫੜਿਓ ਨਾ ਜੈਹੋ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਤੁਸੀਂ ਕਹਿੰਦੇ ਜੰਗ ਦੇ ਮੈਦਾਨ ਵਿੱਚ ਫੜਨਾ, ਕਹਿੰਦੇ ਮੈਂ ਕੱਲਾ ਆਉਣਾ ਤੁਹਾਡੇ ਕੋਲ, ਤੁਸੀਂ ਮੈਨੂੰ ਕੱਲੇ ਨੂੰ ਪਕੜ ਕੇ ਵਿਖਾਓ। ਮੈਂ ਚੱਲ ਬਲ ਤੁਮ ਆਵੋ ਨਾ ਦਾਏ। ਤੁਸੀਂ ਕਹਿੰਦੇ ਚਲਾਕੀ ਨਾਲ ਬੰਦਾ ਸਿੰਘ ਬਹਾਦਰ ਨੂੰ ਘੇਰ ਕੇ ਪਕੜ ਲਵਾਂਗੇ। ਆ ਗੁਰੂ ਦਾ ਬੰਦਾ ਸਿੰਘ ਬਹਾਦਰ ਤੁਹਾਡੇ ਮਹਿਲ ਵਿੱਚ ਕੱਲਾ ਆਵੇਗਾ। ਜੇ ਕਿਸੇ ਵਿੱਚ ਜੁਰਤ ਹੈ ਤੇ ਕਿਤੇ ਛਲ ਕਰਕੇ ਮੈਨੂੰ ਪਕੜ ਕੇ ਵਿਖਾਵੇ। ਮੋਕੋ ਲੇਵੋ ਘਰੇ ਬੁਲਾਏ। ਜੇ ਹੈ ਹਿੰਮਤ ਤਾਂ ਸੱਦੋ ਆਪਣੇ ਘਰ ਦੇ ਵਿੱਚ, ਬੁਲਾਓ ਬੰਦਾ ਸਿੰਘ ਬਹਾਦਰ ਨੂੰ ਆਪਣੇ ਮਹਿਲਾਂ ਦੇ ਵਿੱਚ, ਤੇ ਮਹਿਲਾਂ ਵਿੱਚ ਜਾ ਕੇ ਦੋ ਦੋ ਹੱਥ ਕਰੀਏ। ਬੈਠੇ ਅਕਲ ਤੁਮ ਕਹੀ ਸਲਾਹ। ਜਿਹੜੀਆਂ ਤੁਸੀਂ ਕੱਲੇ ਬਹਿ ਕਰਕੇ ਸਲਾਹਾਂ ਕਰਦੇ, ਸਾਰਾ ਕੁਝ ਮੈਨੂੰ ਪਤਾ ਹੈ। ਸਭ ਤੁਮ ਮਨ ਕੀ ਦਈ ਬਤਾਏ। ਤੇ ਤੁਹਾਡੇ ਮਨ ਦੀ ਜਿਹੜੀ ਵੀ ਗੱਲ ਸੀ ਉਹ ਮੈਂ ਹੁਣ ਤੁਹਾਨੂੰ ਦੱਸ ਦਿੱਤੀ ਹੈ। ਤੋ ਵਕੀਲ ਉਹਨੇ ਅੱਗਿਓਂ ਕਹੀ। ਤਾਂ ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਨੇ ਸਾਰਾ ਕੁਝ ਸੱਚ ਦੱਸ ਦਿੱਤਾ, ਵਕੀਲ ਫਿਰ ਬੜੇ ਜੇ ਬੇਸ਼ਰਮ ਜੇ ਹੋ ਕੇ ਅੱਗੋਂ ਕਹਿਣ ਲੱਗੇ, ਹਮਰੇ ਦੇਸ ਪੀ ਹੈ ਚੇਲੇ ਅਸ ਕਈ। ਕਹਿਣ ਲੱਗੇ ਵੀ ਜਿਸ ਤਰ੍ਹਾਂ ਤੇਰੇ ਕੋਲ ਕਰਾਮਾਤ ਹੈ, ਸਾਡੇ ਕੋਲ ਪਹਾੜਾਂ ਦੇ ਵਿੱਚ ਵੀ ਬੜੇ ਚੇਲੇ ਆ ਪੀਰਾਂ ਫਕੀਰਾਂ ਦੇ, ਉਹਨਾਂ ਕੋਲ ਵੀ ਬੜੀਆਂ ਵੱਡੀਆਂ ਕਰਾਮਾਤਾਂ ਨੇ। ਤੋ ਬੰਦੇ ਬਚ ਐਸੇ ਉਚਾਰੇ। ਜਦੋਂ ਕਰਾਮਾਤਾਂ ਦੀ ਗੱਲ ਚੱਲੀ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਅੱਗੋਂ ਕਹਿਣ ਲੱਗੇ, ਉਨ ਦੇਖੋ ਲੜਾਏ ਇਮਹਮ ਸਿੰਘ ਨਾਰੇ। ਕਹਿਣ ਲੱਗੇ ਇਦਾਂ ਕਰੋ, ਤੁਸੀਂ ਆਪਣੇ ਕਰਾਮਾਤੀ ਪੀਰ ਫਕੀਰ ਲੈ ਆਓ, ਇੱਥੋਂ ਇੱਕ ਗੁਰੂ ਕਾ ਸਿੰਘ ਜਾਵੇਗਾ, ਉਸ ਇੱਕ ਗੁਰੂ ਕੇ ਸਿੰਘ ਦਾ ਮੁਕਾਬਲਾ ਆਪਣੀਆਂ ਕਰਾਮਾਤਾਂ ਨਾਲ ਕਰਾ ਕੇ ਵੇਖ ਲਓ। ਦੋਰਾ ਹਮ ਕਰੇ ਪ੍ਰਤਗਿਆ ਪ੍ਰਥਮੇਮ ਤੁਮ ਪੰਚਨ ਆਨ ਖੜਾਓ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਮੈਂ ਪ੍ਰਤੀਗਿਆ ਕਰਦਾ, ਮੈਂ ਬਚਨ ਦੇਣਾ, ਮੇਰਾ ਇੱਕ ਸਿੰਘ ਜਾਵੇਗਾ, ਤੁਸੀਂ ਆਪਣੇ 5 ਕਰਾਮਾਤੀ ਲੈ ਆਓ। ਹਮ ਇੱਕ ਸਿੰਘ ਸੋ ਜਿਮ ਲੜੇ, ਮੈਂ ਦੇਉ ਤਿਵੇਂ ਲੜਾਏ। ਇੱਕ ਸਿੰਘ ਦਾ ਮੁਕਾਬਲਾ ਤੁਹਾਡੇ 5 ਕਰ ਲੈਣ, ਜੋ ਕਹੋਗੇ ਉਹੀ ਮੰਨ ਲਵਾਂਗਾ। ਚੌਪਈ ਤਬ ਉਨ ਵਕੀਲਨ ਐਸੇ ਉਚਾਰਾ। ਕਹਿੰਦੇ ਫਿਰ ਵਕੀਲ ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਹਮ ਜਿੱਤੇ ਤੂੰ ਕਿਆ ਹੋ ਦੇ ਹੋ ਭਾਰਾ। ਵਕੀਲ ਕਹਿੰਦੇ ਵੀ ਜੇ ਅਸੀਂ 5 ਕਰਾਮਾਤੀ ਆਪਣੇ ਬੰਦੇ ਲੈ ਆਈਏ ਤੇ ਜੇ ਅਸੀਂ ਜਿੱਤ ਗਏ ਫਿਰ ਤੂੰ ਸਾਨੂੰ ਕੀ ਦਵੇਂਗਾ। ਹਮ ਹਾਰੇ ਤੋਂ ਤੁਮ ਕਿਆ ਲੈ ਹੋ। ਤੇ ਜੇ ਅਸੀਂ ਹਾਰ ਗਏ ਤੇ ਤੂੰ ਸਾਡੇ ਕੋਲੋਂ ਕੀ ਲਵੇਂਗਾ ਇਹ ਵੀ ਦੱਸ ਦੇ। ਦੋ ਬਾਤ ਹਮਕੋ ਲਿਖ ਦੇ ਹੋ। ਉਹ ਦੋਵੇਂ ਗੱਲਾਂ ਸਾਨੂੰ ਇੱਕ ਕਾਗਜ਼ ਦੇ ਉੱਤੇ ਲਿਖ ਦੇ ਤਾਂ ਕਿ ਅਸੀਂ ਰਾਜਿਆਂ ਨਾਲ ਜਾ ਕੇ ਵਿਚਾਰ ਕਰੀਏ। ਚਟ ਬੰਦੇ ਜੀ ਜੋ ਲਿਖ ਦਿਓ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਗਜ਼ ਲੈ ਕੇ ਝਟਪਟ ਬੜੀ ਜਲਦੀ ਨਾਲ ਲਿਖ ਦਿੱਤਾ। ਜੋ ਤੁਮ ਜਿੱਤੇ ਦੂਰ ਦਾਰਦ ਕਰਾ ਲਿਓ। ਕਹਿੰਦੇ ਨੇ ਜੋ ਤੁਸੀਂ ਜਿੱਤ ਗਏ ਸਾਡੇ ਤੋਂ ਫਿਰ ਜੋ ਵੀ ਕਹੋਗੇ ਗੁਰੂ ਕਾ ਖਾਲਸਾ ਪੰਥ ਉਹੀ ਕਰ ਦਵੇਗਾ। ਜਿਤਕ ਦਰਬ ਹੋਏ ਤੁਮ ਕੋ ਲੋੜ। ਜਿੰਨਾ ਵੀ ਮਾਇਆ ਚਾਹੀਦੀ ਹੋਵੇ, ਧਨ ਚਾਹੀਦਾ ਹੋਵੇ, ਜੇ ਤੁਸੀਂ ਜਿੱਤ ਗਏ ਸਿੰਘ ਦੇ ਕੋਲੋਂ
ਤੁਹਾਨੂੰ ਤੁਹਾਡੇ ਮਨ ਮੁਤਾਬਕ ਮਾਇਆ ਦੇ ਦਿਆਂਗੇ। ਮੈਂ ਪਰ ਦਿਉ ਤਿਤੈ ਕਰੋ ਤਿਤੋਂ ਕਰੋੜ। ਕਰੋੜਾਂ ਦੀ ਗਿਣਤੀ ਦੇ ਵਿੱਚ ਮਾਇਆ ਦਵਾਂਗਾ ਜੇ ਕਿਤੇ ਇੱਕ ਸਿੰਘ ਕੋਲੋਂ ਵੀ ਜਿੱਤ ਗਏ। ਪਾਰਸ ਰਸੈਣੋ ਸੋਈ ਨ ਹੋਏ। ਤੁਸੀਂ ਕਹਿੰਦੇ ਵੀ ਲੋਹੇ ਨੂੰ ਸੋਨਾ ਬਣਾਉਣ ਵਾਲਾ ਮੰਤਰ ਸਿੱਖਣਾ, ਕਹਿੰਦੇ ਮੈਂ ਤੁਹਾਨੂੰ ਆਪਣੇ ਆਪ ਸਿਖਾ ਦਿਆਂਗਾ ਜੇ ਕਿਤੇ ਇੱਕ ਸਿੰਘ ਤੋਂ ਵੀ ਜਿੱਤ ਗਏ। ਮੋਤੀ ਜਵਾਹਰ ਕਰ ਦਿਓ ਤੋਏ। ਕਹਿੰਦੇ ਇੱਕ ਲੋਹੇ ਨੂੰ ਸੋਨਾ ਹੀ ਨਹੀਂ, ਕਹਿੰਦਾ ਮੋਤੀ ਜਵਾਹਰ ਕੱਢਣ ਵਾਲੇ ਮੰਤਰ ਵੀ ਦੇ ਦਿਆਂਗਾ, ਪਹਿਲਾਂ ਸਿੰਘ ਤੋਂ ਜਿੱਤ ਕੇ ਵਿਖਾਓ। ਇਤਨਕ ਕਹਿ ਹੱਥ ਖੀਸੇ ਪਾਏ। ਤੇ ਕਹਿੰਦੇ ਇੰਨਾ ਬਚਨ ਲਿਖ ਕਰਕੇ ਬੰਦਾ ਸਿੰਘ ਬਹਾਦਰ ਨੇ ਆਪਣੇ ਖੀਸੇ ਵਿੱਚ ਜੇਬ ਵਿੱਚ ਹੱਥ ਪਾਇਆ। ਮੋਤੀ ਜਵਾਹਰ ਕਰ ਦੇ ਖਿੰਡਵਾਏ। ਤੇ ਖੀਸੇ ਦੇ ਵਿੱਚੋਂ ਮੋਤੀ ਮਾਣਕ ਕੱਢ ਕੇ ਧਰਤੀ ਤੇ ਵਗਾ ਦਿੱਤੇ। ਮੈਂ ਜੀਤੋ ਲਿਓ ਲਈ ਰਈਅਤ ਬਣਾਏ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਇਹ ਤਾਂ ਮੈਂ ਤੁਹਾਨੂੰ ਲਿਖ ਦਿੱਤਾ, ਪਰ ਜੇ ਮੈਂ ਜਿੱਤਿਆ ਮੈਂ ਨਹੀਂ ਤੁਹਾਡੇ ਤੋਂ ਕੁਝ ਵੀ ਲਵਾਂਗਾ। ਪੈਸਾ ਪਾਤਸ਼ਾਹੀ ਲਊਂਗ ਪਰਵਾਏ। ਪਰ ਹਾਂ ਜਿਹੜਾ ਸਰਕਾਰ ਦਾ ਖਜ਼ਾਨਾ ਹੈ ਉਹ ਸਰਕਾਰ ਦੇ ਖਜ਼ਾਨੇ ਨੂੰ ਕਬਜ਼ੇ ਵਿੱਚ ਲੈ ਕੇ ਆਮ ਲੋਕਾਂ ਦੇ ਵਿੱਚ ਜ਼ਰੂਰ ਵੰਡਾਂਗਾ। ਮੈਂ ਤੁਮਰੀ ਕਾ ਕਿਆ ਖਰਚ ਹੋਏ। मैं तुमरी का क्या खर्च होए। ਤੁਹਾਡੀ ਜਿਹੜੀ ਮਾਇਆ ਹੈ ਉਹਦਾ ਕੋਈ ਖਰਚਾ ਮੈਂ ਆਪਣੇ ਉੱਤੇ ਨਹੀਂ ਕਰਾਂਗਾ, ਬਲਕਿ ਆਮ ਲੋਕਾਂ ਨੂੰ ਵੰਡਾਂਗਾ। ਮੈਂ ਲੈਉਂ ਮਾਰ ਪਾਤਸ਼ਾਹੀ ਜੋ ਸੋਏ। ਪਰ ਜਿਹੜਾ ਤੁਹਾਡਾ ਰਾਜ ਹੈ, ਤੁਹਾਡੇ ਮਹਿਲ ਨੇ, ਤੁਹਾਡੇ ਤਖਤ ਨੇ, ਤੁਹਾਡੇ ਤੋਂ ਇਸ ਖੇਡ ਦੇ ਵਿੱਚ ਨਹੀਂ ਜਿੱਤਾਂਗਾ, ਬਲਕਿ ਜੰਗ ਦੇ ਮੈਦਾਨ ਵਿੱਚ ਦੋ ਦੋ ਹੱਥ ਕਰਕੇ ਫੇਰ ਹੀ ਤੁਹਾਡੇ ਮਹਿਲ ਜਿੱਤਾਂਗਾ। ਦੋਹਰਾ ਤੁਮੇ ਲਿਖਾਇਓ ਮੈਂ ਨਹੀਂ, ਮੈਂ ਲਊਂਗਾ ਆਪਣੇ ਜੋਰ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਜੇ ਤੁਸੀਂ ਜਿੱਤ ਗਏ ਤੇ ਸਾਰਾ ਕੁਝ ਦਵਾਂਗਾ, ਪਰ ਜੇ ਮੈਂ ਜਿੱਤ ਗਿਆ ਤੁਹਾਡੇ ਤੋਂ ਕੁਝ ਨਹੀਂ ਲਵਾਂਗਾ। ਜੇ ਲਵਾਂਗਾ ਆਪਣੇ ਤਾਕਤ ਦੇ, ਆਪਣੇ ਤੇਗ ਦੇ ਜ਼ੋਰ ਨਾਲ ਜੰਗ ਦੇ ਮੈਦਾਨ ਵਿੱਚ ਜੂਝ ਕੇ ਲਵਾਂਗਾ। ਯਹੀ ਪ੍ਰਤਗਿਆ ਦੇਖ ਕੇ ਫਿਰ ਦੇਖਿਓ ਕੋ ਹੋਰ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਪਹਿਲਾਂ ਇਹ ਵੇਖ ਲਓ ਕਿ ਇਹਦੇ ਵਿੱਚ ਜਿੱਤਦੇ ਹੋ ਕਿ ਨਹੀਂ। ਜੇ ਇਹਦੇ ਵਿੱਚ ਹਾਰ ਗਏ ਜਾਂ ਜਿੱਤ ਗਏ ਫਿਰ ਆਪਾਂ ਅੱਗੇ ਵੇਖ ਲਵਾਂਗੇ ਵੀ ਹੁਣ ਅੱਗੇ ਕੀ ਕਰਨਾ ਹੈ। ਚੌਪਈ ਤੋ ਵਕੀਲਨ ਲਿਖ ਨਿਰਪਲ ਕਲਾਏ। ਤੇ ਕਹਿੰਦੇ ਵਕੀਲਾਂ ਨੇ ਉਹ ਸੁਨੇਹਾ ਲੈ ਕਰਕੇ ਰਾਜਿਆਂ ਕੋਲ ਘਲਾ ਦਿੱਤਾ। ਪੰਜ ਜਵਾਨ ਵੱਡ ਘੱਲੋ ਚੁਗਾਏ। ਕਿ ਜਦੋਂ ਰਾਜਿਆਂ ਨੂੰ ਪਤਾ ਲੱਗਾ ਉਹ ਕਹਿੰਦੇ ਕੰਮ ਹੀ ਬੜਾ ਸੁੱਖ ਹੈ ਕਿ ਜੇ ਇੱਕ ਸਿੱਖ ਦਾ ਮੁਕਾਬਲਾ ਪੰਜਾਂ ਨੇ ਕਰਨਾ ਉਹ ਤਾਂ ਮਿੰਟ ਵਿੱਚ ਜਿੱਤ ਜਾਣਗੇ। ਉਹਨਾਂ ਨੇ ਪੰਜ ਜਵਾਨ ਭੇਜ ਦਿੱਤੇ। ਸੋ ਪਰਬਤਿਆਂ ਨੇ ਪੰਜ ਦਏ ਕਲਾਏ। ਸੋ ਸਾਰੇ ਪਹਾੜੀ ਰਾਜਿਆਂ ਨੇ ਬੜੇ ਮੰਨੇ ਪਰਮੰਨੇ ਕਰਾਮਾਤੀ ਬੰਦੇ ਚੁਣ ਕੇ ਪੰਜ ਬੰਦੇ ਭੇਜੇ। ਉਤੇ ਮੀਏ ਸੋ ਵੱਡ ਕਦਵਾਏ। ਤੇ ਮਾਮੂਲੀ ਨਹੀਂ ਬਲਕਿ 7-7 8-8 ਫੁੱਟ ਕੱਦ ਜਿੰਨੇ ਉਹ ਬੰਦੇ ਉਹਨਾਂ ਨੇ ਭੇਜੇ ਜਿਹੜੇ ਆਪਣੇ ਆਪ ਦੇ ਵਿੱਚ ਜਰਨੈਲ ਵੀ ਸਨ ਤੇ ਕਰਾਮਾਤੀ ਵੀ ਸਨ। ਸਾਤੂਨ ਬੋ ਕੱਲੀ ਸਿਪਾਹੇ। ਤੇ ਕੇਵਲ ਪੰਜ ਨਹੀਂ ਭੇਜੇ, ਉਹਨਾਂ ਪੰਜਾਂ ਦੀ ਰੱਖਿਆ ਵਾਸਤੇ ਨਾਲ 1000 ਗਿਣਤੀ ਦੇ ਸਿਪਾਹੀਆਂ ਦੀ ਟੁਕੜੀ ਵੀ ਭੇਜ ਦਿੱਤੀ। ਮਤ ਬੰਦਾ ਉਨ ਚਲੋ ਝੁਟਾਏ। ਉਹਨਾਂ ਨੂੰ ਇਸ ਤਰ੍ਹਾਂ ਸੀ ਵੀ ਜੇ ਕਿਤੇ ਪੰਜ ਕੱਲੇ ਚਲੇ ਗਏ ਖਾਲਸਾ ਜੀ ਤੇ ਕਿਤੇ ਬੰਦਾ ਸਿੰਘ ਬਹਾਦਰ ਇਹਨਾਂ ਨਾਲ ਧੋਖਾ ਨਾ ਕਰ ਲਵੇ, ਸੋ ਪੰਜਾਂ ਦੀ ਰੱਖਿਆ ਵਾਸਤੇ ਨਾਲ 1000 ਗਿਣਤੀ ਦੇ ਸਿਪਾਹੀ ਵੀ ਭੇਜ ਦਿੱਤੇ। ਤਬ ਬੰਦੇ ਸਿੰਘ ਪੰਜ ਮੰਗਵਾਏ। ਤੇ ਜਦੋਂ ਬੰਦਾ ਸਿੰਘ ਬਹਾਦਰ ਨੇ ਵੇਖਿਆ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਆ ਰਹੀ ਹੈ, ਨਾਲ ਉਹ ਪੰਜ ਬੰਦੇ ਵੀ ਆ ਰਹੇ ਨੇ, ਬੰਦਾ ਸਿੰਘ ਬਹਾਦਰ ਨੇ ਕਿਹਾ ਪਹਿਲਾਂ ਕੱਲੇ ਪੰਜ ਆ ਕੇ ਮੁਕਾਬਲਾ ਕਰੋ। ਕਿਹੋ ਬੰਦੇ ਤੁਮਕੋ ਕੋ ਭਾਏ। ਕਹਿੰਦੇ ਜਿਸ ਤਰ੍ਹਾਂ ਵੀ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਮੁਕਾਬਲਾ ਸਿੱਖ ਕਰਕੇ ਵਿਖਾਉਣਗੇ। ਦੇਖਤ ਨਿਕਸ ਭਾਗੜ ਸਿੰਘ ਫਰਾ। ਤਾਂ ਕਹਿੰਦੇ ਉਸ ਵਕਤ ਇੱਕ ਸਿੰਘ ਸੀ ਜਿਹਦਾ ਨਾਂ ਸੀ ਬਾਗੜ ਸਿੰਘ। ਕਹਿੰਦੇ ਬਾਗੜ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬੁਲਾਇਆ। ਸਦ ਬੰਦੇ ਪਿੱਠ ਤਿਸ ਹੱਥ ਧਰਾ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਦੀ ਪਿੱਠ ਤੇ ਥਾਪੜਾ ਦੇ ਕਰਕੇ ਗੁਰੂ ਅੱਗੇ ਅਰਦਾਸ ਕੀਤੀ। ਅੰਗਦ ਜਿੰਬਲ ਤਿਸ ਮੈਂ ਧਾਰਾ। ਕਹਿੰਦੇ ਜਿਸ ਤਰ੍ਹਾਂ ਰਾਵਣ ਦੀ ਕਚਹਿਰੀ ਵਿੱਚ ਅੰਗਦ ਨੇ ਜਾ ਕਰਕੇ ਪੈਰ ਜਮਾ ਲਿਆ ਤੇ ਰਾਵਣ ਦੀ ਫੌਜ ਅੰਗਦ ਦਾ ਇੱਕ ਅੰਗੂਠਾ ਨਹੀਂ ਹਿਲਾ ਸਕੀ, ਉਹੀ ਤਾਕਤ ਲੈ ਕਰਕੇ ਬਾਗੜ ਸਿੰਘ ਹੁਣ ਖਾਲਸਾ ਜੀ ਰਣ ਤੱਤੇ ਵਰ ਚੱਲ ਰਿਹਾ ਹੈ। ਤੋਂ ਬਾਗੜ ਸਿੰਘ ਐਸੇ ਉਚਾਰਾ। ਤਾਂ ਬਾਗੜ ਸਿੰਘ ਨੇ ਪੰਜਾਂ ਵੱਲ ਵੇਖ ਕਰਕੇ ਬਚਨ ਕੀਤਾ।
इन पांचन को अब क्या काम। ਤੇ ਬਾਬਾ ਬਾਗੜ ਸਿੰਘ ਕਹਿਣ ਲੱਗਾ ਵੀ ਇਹ ਪੰਜ ਆ ਕੇ ਕੀ ਮੇਰਾ ਵਿਗਾੜਨਗੇ। रख्यो पिछे किम 500 थाम। ਤੁਸੀਂ ਪਿੱਛੇ ਹਜ਼ਾਰਾਂ ਦੀ ਗਿਣਤੀ ਲੈ ਕਰਕੇ ਆਇਓ, ਇਹ ਵੀ ਤੁਹਾਡੀ ਰੱਖਿਆ ਨਹੀਂ ਕਰ ਸਕਦੇ। सतगुरु ने है ऐसे उचारा। ਕਿਉਂਕਿ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਨੇ। मैं 1.25 लाख सोलड़ाऊं एक प्यारा। ਤੁਸੀਂ ਤਾਂ ਆ ਹਜ਼ਾਰਾਂ ਦੀ ਗਿਣਤੀ ਵਿੱਚ ਲੈ ਕੇ ਆਏ ਹੋ, ਸਾਡੇ ਤਾਂ ਕਲਗੀਆਂ ਵਾਲੇ ਨੇ ਬਚਨ ਕੀਤਾ ਵੀ 1.25 लाख से एक ਲੜਾऊं। ਸਾਡਾ ਤੇ ਕੱਲਾ ਕੱਲਾ 1.25 ਲੱਖ ਨਾਲ ਲੜਦਾ, ਆ ਤੁਸੀਂ ਪੰਜ ਜਾਣੇ ਮੇਰਾ ਕੀ ਵਿਗਾੜੋਗੇ। दोहरा उत थे पंज जेऊए दियो इत ते एक तुरवाए। ਕਹਿੰਦੇ ਜਿਹੜੇ ਪੰਜ ਚੜ ਕੇ ਆਏ ਸੀ ਨਾ, ਬਾਗੜ ਸਿੰਘ ਨੇ ਕੱਲੇ ਕੱਲੇ ਨੂੰ ਅਗਾਂਹ ਲਾ ਕੇ ਤੋਰ ਦਿੱਤਾ। जाए इतने के मद खड़े हो श्री सतगुर फतेह बुलाए। ਹੋਇਆ ਇਸ ਤਰ੍ਹਾਂ ਵੀ ਪੰਜ ਖੜੇ ਸੀ, ਹਜ਼ਾਰਾਂ ਦੀ ਫੌਜ ਨੇ ਘੇਰਾ ਪਾਇਆ ਸੀ। ਭਾਈ ਬਾਗੜ ਸਿੰਘ ਨੇ ਮਾਰੀ ਛਾਲ, ਵਿਚਕਾਰ ਜਾ ਕਰਕੇ ਖੜਾ ਹੋ ਕੇ ਪਰਬਤ ਦੀ ਤਰ੍ਹਾਂ, ਪਹਾੜ ਦੀ ਤਰ੍ਹਾਂ, ਤੇ ਦੋਵੇਂ ਹੱਥ ਜੋੜ ਕੇ ਗੱਜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਫਤਿਹ ਦੇ ਨਾਰੇ ਬੁਲੰਦ ਕਰ ਦਿੱਤੇ। ਚੋਪਈ ਤੋਂ ਬਾਗੜ ਸਿੰਘ ਪੈਰ ਪਸਾਰਾ। ਤੇ ਕਹਿੰਦੇ ਭਾਈ ਬਾਗੜ ਸਿੰਘ ਨੇ ਆਪਣਾ ਇੱਕ ਪੈਰ ਖਾਲਸਾ ਜੀ ਜੰਗ ਦੇ ਮੈਦਾਨ ਵਿੱਚ ਅੱਗੇ ਕਰਕੇ ਰੱਖਿਆ। ਅੰਗਦ ਜਿਮ ਉਨਕੋ ਲਲਕਾਰਾ। ਤੇ ਜਿਵੇਂ ਰਾਵਣ ਦੀ ਕਚਹਿਰੀ ਵਿੱਚ ਅੰਗਦ ਨੇ ਲਲਕਾਰਿਆ ਵੀ ਮੇਰਾ ਪੈਰ ਚੁੱਕ ਕੇ ਵਿਖਾਓ, ਕਹਿੰਦੇ ਭਾਈ ਬਾਗੜ ਸਿੰਘ ਨੇ ਵੀ ਲਲਕਾਰ ਮਾਰੀ ਵੀ ਆਜੋ ਵੱਡੇ ਕਰਾਮਾਤੀ ਪੰਜ ਸੂਰਮੇ, ਮੇਰੇ ਇੱਕ ਪੈਰ ਦਾ ਅੰਗੂਠਾ ਹਿਲਾ ਕੇ ਵਿਖਾਓ। ਹਮਰੇ ਚਰਨ ਕੁਰ ਪ੍ਰਥਮ ਉਠਾਓ। ਇੱਕ ਵਾਰ ਕੋਈ ਵੀ ਆ ਜਾਓ ਕਰਾਮਾਤੀ ਜਿਹੜਾ ਮੇਰਾ ਪੈਰ ਹਿਲਾ ਕੇ ਵਿਖਾ ਸਕਦਾ ਹੈ। ਪਿੱਛੇ ਚਾਹੋ ਸੋ ਹੋਰ ਕਰਵਾਓ। ਤੇ ਜੇ ਇੱਕ ਤੋਂ ਨਹੀਂ ਚੱਕਿਆ ਜਾਂਦਾ ਤੇ ਭਾਵੇਂ ਆਪਣੀ ਲੱਖਾਂ ਦੀ ਫੌਜ ਚਾੜ ਕੇ ਲੈ ਆਓ, ਪਰ ਆ ਗੁਰੂ ਕਾ ਸਿੰਘ ਖੜਾ ਜੰਗ ਦੇ ਮੈਦਾਨ ਦੇ ਅੰਦਰ ਤੇ ਇੱਕ ਪੈਰ ਹਿਲਾ ਕੇ ਵਿਖਾ ਦਿਓ। ਤੋ ਪਰਬਤੀਆਂ ਨੇ ਐਸੇ ਫੁਰਮਾਇਓ। ਤੇ ਖਾਲਸਾ ਜੀ ਜਿਹੜੇ ਪਹਾੜੀ ਸੀ ਉਹ ਫਿਰ ਵੇਖ ਕੇ ਕਹਿਣ ਲੱਗੇ ਪ੍ਰਥਮੇ ਹਮ ਤੇ ਪੈਰ ਛੁਹਾਇਓ। ਉਹ ਕਹਿੰਦੇ ਵੀ ਇਹ ਚਾਹੁੰਦਾ ਵੀ ਆਪਣੇ ਪੈਰੀ ਹੱਥ ਲਵਾਉਣਾ। ਹੁਣ ਉਹਨਾਂ ਨੂੰ ਵੀ ਪਤਾ ਵੀ ਜਿਹੜਾ ਇੰਨੇ ਜਜ਼ਬੇ ਦੇ ਨਾਲ ਲਲਕਾਰ ਮਾਰ ਰਿਹਾ ਹੋਵੇ ਵੀ ਮੇਰਾ ਪੈਰ ਹਿਲਾ ਕੇ ਵਿਖਾਓ, ਆਖਰ ਉਹਦੇ ਵਿੱਚ ਕੋਈ ਤਾਕਤ ਹੋਵੇਗੀ ਤਾਂ ਹੀ ਕਹਿ ਰਿਹਾ, ਪੈਰ ਹਿਲਾਉਣਾ ਸੌਖਾ ਨਹੀਂ। ਤੇ ਫਿਰ ਕਹਿੰਦੇ ਪਹਾੜੀ ਰਾਜੇ ਸੀ ਜਿਹੜੇ ਚਲਾਕੀ ਕਰ ਗਏ, ਉਹਨਾਂ ਆਖਿਆ ਵੀ ਬਾਅਦ ਵਿੱਚ ਹਾਰਨ ਦੀ ਥਾਂ ਪਹਿਲਾਂ ਹੀ ਕੋਈ ਬਹਾਨਾ ਲਾ ਲਓ। ਕਹਿੰਦੇ ਵੀ ਅਸੀਂ ਆਹ ਖੇਡ ਨਹੀਂ ਖੇਡਣੀ, ਕਿਉਂਕਿ ਅਸੀਂ ਤੇਰੇ ਪੈਰੀ ਹੱਥ ਨਹੀਂ ਲਾਉਣਾ। ਤੂੰ ਚਾਹੁੰਦਾ ਅਸੀਂ ਤੇਰੇ ਅੱਗੇ ਝੁਕ ਜਾਈਏ, ਪਰ ਅਸੀਂ ਤੇਰੇ ਪੈਰੀ ਹੱਥ ਲਾ ਕੇ ਝੁਕਣਾ ਨਹੀਂ ਚਾਹੁੰਦੇ। ਹਮ ਸੋ ਦਸਤ ਪੋਸ਼ੀ ਕਰ ਲਿਓ। ਤੂੰ ਪਹਿਲਾਂ ਸਾਡੇ ਨਾਲ ਆ ਕੇ ਦਸਤ ਪੰਜਾ ਕਰ ਲੈ। ਉਹਨੇ ਕਹੇ ਆਗੇ ਹੱਥ ਕਰਿਓ। ਤੇ ਕਹਿੰਦੇ ਭਾਈ ਬਾਗੜ ਸਿੰਘ ਕਹਿੰਦਾ ਫਿਰ ਆ ਜਾਓ, ਮੈਂ ਤਾਂ ਚਾਹੁੰਦਾ ਸੀ ਵੀ ਤੁਸੀਂ ਸਹੀ ਸਲਾਮਤ ਵਾਪਸ ਚਲੇ ਜਾਓ, ਪਰ ਜੇ ਦਸਤ ਪੰਜਾ ਕਰਨਾ ਫਿਰ ਦਸਤ ਪੰਜੇ ਵਿੱਚ ਹੀ ਆ ਜਾਓ। ਉਨਮਦ ਹੁਤੋ ਇੱਕ ਵੱਡੋ ਜਵਾਨ। ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਜਵਾਨ ਅੱਗੇ ਵਧਿਆ। ਕਰਿਓ ਹੱਥ ਤਿਨ ਆਗੇ ਆਨ। ਅੱਗੇ ਉਹਨੇ ਆਪਣੇ ਹੱਥ ਵਧਾਏ। ਇੱਕ ਹੱਥ ਤੈ ਫੜ ਜਾ ਬਲੀਨਾ। ਕਹਿੰਦੇ ਭਾਈ ਬਾਗੜ ਸਿੰਘ ਨੇ ਜਦੋਂ ਇੱਕ ਹੱਥ ਉਹਦਾ ਫੜਿਆ, ਤੜਫਿਓ ਜੈਸੇ ਜਲ ਬਿਨ ਮੀਨਾ। ਕਹਿੰਦੇ ਹਜੇ ਹੱਥ ਫੜਿਆ ਹੀ, ਮੁਕਾਬਲਾ ਸ਼ੁਰੂ ਵੀ ਨਹੀਂ ਹੋਇਆ ਤੇ ਉਹ ਜਿਹੜਾ ਵੱਡਾ ਸੂਰਮਾ ਆਇਆ ਸੀ ਇਸ ਤਰ੍ਹਾਂ ਚੀਕਿਆ, ਇਸ ਤਰ੍ਹਾਂ ਤੜਪਿਆ ਜਿਵੇਂ ਕਹਿੰਦੇ ਪਾਣੀ ਤੋਂ ਬਿਨਾ ਮਛਲੀ ਤੜਫਦੀ ਹੈ। ਤੇ ਭਾਈ ਬਾਗੜ ਸਿੰਘ ਹੱਸ ਕੇ ਕਹਿੰਦਾ ਵੀ ਚੰਗਾ ਰਹਿੰਦਾ ਜੇ ਕਿਤੇ ਮੇਰੇ ਪੈਰ ਵਾਲਾ ਮੁਕਾਬਲਾ ਕਰ ਲੈਂਦਾ, ਤੂੰ ਆ ਕੇ ਸਿੱਧਾ ਹੱਥਾਂ ਨੂੰ ਹੀ ਹੱਥ ਪਾ ਲਿਆ। ਸੋ ਖਾਲਸਾ ਜੀ ਇੰਨੀ ਤਾਕਤ ਵਿਖਾਈ। ਆਉਣ ਵਾਲੇ ਦਿਨ ਵਿੱਚ ਸਰਵਨ ਕਰਾਂਗੇ ਅੱਗੇ ਭਾਈ ਬਾਗੜ ਸਿੰਘ ਹੋਰ ਕਿਸ ਤਰ੍ਹਾਂ ਮੁਕਾਬਲਾ ਪਹਾੜੀ ਰਾਜਿਆਂ ਦੀ ਹਜ਼ਾਰਾਂ ਦੀ ਫੌਜ ਦਾ ਕੱਲਾ ਗੁਰੂ ਕਾ ਸਿੱਖ ਟਾਕਰਾ ਕਰਦਾ, ਉਹ ਆਪਾਂ ਸਰਵਨ ਕਰਾਂਗੇ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ। ਤੇ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਨੂੰ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਵਰਸਾਏ ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਯਾਦ ਵਿੱਚ ਨਿੱਘਾ ਸਮਾਗਮ ਹੈ ਖਾਲਸਾ ਜੀ। ਉਹ ਆਪ ਜੀ ਨੇ ਕੱਲ ਨੂੰ ਉਸ ਸਮਾਗਮ ਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਤਰੋ ਤਾਜ਼ਾ ਕਰਨਾ। ਕੱਲ ਸ਼ਾਮ ਨੂੰ ਸਮਾਗਮ ਆਰੰਭ ਹੋਵੇਗਾ, ਉੱਥੇ ਵੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਨਾ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ। हे अच्युत हे पार ब्रह्म अविनाशी अगनास
हे पूरन हे सर्ब मैं दुख भंजन गुणतास। हे संगी हे निरंकार हे निर्गुण सब टेक। हे गोबिंद हे गुण निदान जाकै सदा। हे अपरंपर हर हरे है पी होवन हार। हे संत के सदा संग निधारा आधार। हे ठाकुर हो दासरो मैं निर्गुण गुण नहीं कोय। नानक दीजै नाम दान राखो हियै। आए प्रभ शरणागति कृपा निध दयाल। एक अखर हर मन बसत नानक कथा निता प्रत होत है। सुनो सुसिंग सुजान नानक गुरु गोबिंद सिंह जी सदा करह कल्याण। नानक गुरु गोबिंद सिंह जी सदा करैं कल्याण। वाहिगुरु जी का खालसा वाहिगुरु जी की फतेह। परम सन्मानयोग गुरु रूप साध संगत जी, आप जी ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ